ਪੰਜਾਬੀ ਟੀਵੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਤੁਹਾਡੇ ਦੋਸਤ ਵਿਕਾਸ ਮੌਂਗੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨਿੱਘੀ ਮੁਲਾਕਾਤ ਔਰ ਅੱਜ ਇਸ ਨਿੱਘੀ ਮੁਲਾਕਾਤ ਦੇ ਜ਼ਰੀਏ ਜਿਸ ਸ਼ਖਸੀਅਤ ਨੂੰ ਅਸੀਂ ਆਪਣੇ ਸਟੂਡੀਓ ਵਿੱਚ ਇਨਵਾਈਟ ਕੀਤਾ ਉਹਦੀ ਤਾਰੀਫ ਦੇ ਵਿੱਚ ਮੈਂ ਕੀ ਬੋਲਾਂ ਕੀ ਨਾ ਬੋਲਾਂ, ਕਿਉਂਕਿ ਮੇਰੇ ਕੋਲ ਸ਼ਬਦ ਘੱਟ ਪੈ ਰਹੇ ਆ, ਕਿਉਂਕਿ ਉਹ ਖੁਦ ਸ਼ਬਦਾਂ ਦੇ ਜਾਦੂਗਰ ਨੇ। ਔਰ ਜਿਸ ਤਰ੍ਹਾਂ ਚੰਦਰਮਾ ਦੇ ਥੱਲੇ ਚੰਦਰਮਾ ਅਸੀਂ ਨਹੀਂ ਲਿਖ ਸਕਦੇ ਕਿਉਂਕਿ ਚੰਦਰਮਾ ਦੀ ਤੋਹੀਨ ਹੋਏਗੀ, ਉਸੇ ਤਰ੍ਹਾਂ ਉਹਨਾਂ ਦੇ ਬਾਰੇ ਬੋਲਣਾ ਸੋ ਮੈਨੂੰ ਲੱਗਦਾ ਇਹ ਉਹਨਾਂ ਦੀ ਤੋਹੀਨ ਹੈ। ਔਰ ਨੂਰ ਮਹਿਲ ਦੇ ਨਾਲ ਲੱਗਦਾ ਪਿੰਡ ਸ਼ੇਰਪੁਰ ਦਾ ਇੱਕ ਐਸਾ ਸ਼ੇਰ ਜਿਹਨੇ ਕਿ ਐਂਕਰਿੰਗ ਲਾਈਨ ਦੇ ਵਿੱਚ ਮੰਚ ਸੰਚਾਲਨ ਦੀ ਦੁਨੀਆ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਔਰ ਇਹ ਮੈਂ ਕਹਿ ਸਕਦਾ ਵੀ ਅੱਜ ਮੰਚ ਸੰਚਾਲਨ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਬੜੇ ਹੀ ਅਦਬ ਔਰ ਸਤਿਕਾਰ ਦੇ ਨਾਲ ਲਿੱਤਾ ਜਾਂਦਾ। ਔਰ ਉਹ ਐਂਟਰਟੇਨਮੈਂਟ ਇੰਡਸਟਰੀ ਦੇ ਮੱਖਣ ਨੇ ਔਰ ਬਾਕੀ ਸਾਰਾ ਸਪਰੇਟਾ ਹੀ ਹੈ ਜੀ। ਸੋ ਅੱਜ ਉਹਨਾਂ ਦੀ ਕਲਾ ਨੂੰ ਸਲੂਟ ਜਗਤ ਪੰਜਾਬੀ ਟੀਵੀ ਕਰਦਾ। ਸਾਡੇ ਨਾਲ ਮੌਜੂਦ ਨੇ ਅੱਜ ਨਿੱਘੀ ਮੁਲਾਕਾਤ ਦੇ ਵਿੱਚ ਮੰਚ ਸੰਚਾਲਕ, ਐਂਕਰ, ਕਮੈਂਟੇਟਰ, ਰਾਈਟਰ ਔਰ ਪੋਇਟ। ਸੋ ਮੈਂ ਕੀ ਨਾਮ ਲਵਾਂ, ਇਹ ਵਰਸਟਾਈਲ ਨੇ। ਸੋ ਸਲੂਟ ਕਰਦਾ ਜੀ ਅੱਜ ਮੱਖਣ ਸ਼ੇਰਪੁਰੀ ਜੀ। ਸਤਿ ਸ਼੍ਰੀ ਅਕਾਲ ਮੱਖਣ ਸ਼ੇਰਪੁਰੀ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਠੀਕ ਠਾਕ, ਬਹੁਤ ਵਧੀਆ। ਅੱਜ ਦਿਲ ਦੀਆਂ ਗੱਲਾਂ ਤਾਂ ਕਰਾਂਗੇ ਆਪਾਂ ਪੂਰੀ ਤਰ੍ਹਾਂ, ਕਿਉਂਕਿ ਨਿੱਘੀ ਮੁਲਾਕਾਤ ਹੈ, ਇਹਨੂੰ ਆਪਾਂ ਇੰਟਰਵਿਊ ਦੇ ਤੌਰ ਤੇ ਨਹੀਂ ਲੈਣਾ। ਜੀ ਜੀ ਜੀ। ਔਰ ਤੁਹਾਡੇ ਚਾਹਣ ਵਾਲੇ ਇਹ ਇੰਟਰਵਿਊ ਦੇਖਦੇ ਪਏ ਆ, ਕਿਉਂਕਿ ਤੁਸੀਂ ਹਰ ਪੰਜਾਬੀ ਦਾ ਦਿਲ ਜਿੱਤਿਆ, ਚਾਹੇ ਦੁਆਬਾ ਹੋਵੇ, ਮਾਝਾ ਹੋਵੇ, ਮਾਲਵਾ ਹੋਵੇ, ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਜਿਹੜੀ ਪੰਜਾਬੀ ਆਡੀਅנס ਹੈ ਉਹ ਵੀ ਤੁਹਾਡੀ ਫੈਨ ਹੈ। ਗੱਲ ਜੇ ਤੁਹਾਡੀ ਐਂਕਰਿੰਗ ਦੀ ਕਰੀਏ, ਕਿਉਂਕਿ ਇਹ ਬਹੁਤ ਵੱਡਾ ਇੱਕ ਇਹ ਚੈਲੰਜਿੰਗ ਜੌਬ ਹੈ, ਇੱਕ ਕ੍ਰੀਏਟਿਵ ਜੌਬ ਹੈ ਐਂਕਰ, ਮੰਚ ਸੰਚਾਲਨ। ਜੇ ਮੈਂ ਡਿਫਾਈਨ ਕਰਨਾ ਹੋਵੇ ਮੰਚ ਸੰਚਾਲਨ, ਐਂਕਰ ਕੀ ਹੁੰਦਾ? ਐਂਕਰਿੰਗ ਜਿਹੜਾ ਸਭ ਤੋਂ ਔਖਾ ਸਬਜੈਕਟ ਹੈ। ਹਾਂਜੀ। ਲੋਕ ਇਹਨੂੰ ਬੜਾ ਆਸਾਨ ਜਿਹਾ ਸਮਝਦੇ ਆ। ਹਾਂਜੀ। ਤੇ ਖੁਦ ਸਾਡੇ ਕਲਾਕਾਰ ਜਾਂ ਕਲਾ ਲਾਈਨ ਦੇ ਜਿੰਨੇ ਲੋਕ ਹੈ ਉਹ ਵੀ ਸਮਝਦੇ ਵੀ ਸ਼ਾਇਦ ਇੱਕ ਛੋਟਾ ਜਿਹਾ ਫਿਲਰ ਹੈ। ਹਾਂਜੀ। ਪਰ ਹਮੇਸ਼ਾ ਤੁਸੀਂ ਵੀ ਕਹਿੰਦੇ ਹੁੰਦੇ ਤੇ ਮੈਂ ਵੀ ਕਹਿੰਦਾ ਹਾਂਜੀ ਹਾਂਜੀ ਵੀ ਜਿਹੜਾ ਐਂਕਰ ਹੈ ਉਹ ਫਿਲਰ ਨਹੀਂ, ਇੱਕ ਪਿਲਰ ਹੁੰਦਾ। ਪਿਲਰ, ਬਿਲਕੁਲ। ਤੇ ਐਂਕਰਿੰਗ ਕਰਨੀ ਸੌਖਾ ਵੀ ਕੰਮ ਹੈ ਤੇ ਬਹੁਤ ਔਖਾ ਵੀ ਹੈ। ਅੱਛਾ। ਉਹ ਇਸ ਤਰ੍ਹਾਂ ਕਿ ਤੁਸੀਂ ਜੇਕਰ ਪਰਪੱਕ ਐਂਕਰ ਬਣਨਾ ਚਾਹੁੰਦੇ ਹੋ ਤੇ ਉਹਦੇ ਲਈ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜੀ ਜੀ। ਕਿਉਂਕਿ ਸਬਜੈਕਟ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਫੜਨ ਵਾਲਾ ਸਿਰਫ ਤੇ ਸਿਰਫ ਐਂਕਰ ਹੁੰਦਾ। ਹਾਂਜੀ। ਸਿਚੁਏਸ਼ਨ ਦੇ ਅਕੋਰਡਿੰਗ ਜੋ ਵੀ ਆਪਣੇ ਲਫ਼ਜ਼ ਤੁਸੀਂ ਬੋਲਣੇ ਆ, ਸਭ ਤੋਂ ਪਹਿਲਾਂ ਐਂਕਰ ਨੇ ਉਸ ਸਬਜੈਕਟ ਦੇ ਬਾਰੇ ਬੋਲਣਾ। ਉਸ ਤੋਂ ਬਾਅਦ ਆਉਣ ਵਾਲੇ ਕਈ ਵਾਰੀ ਕੁਝ ਵੀ ਨਹੀਂ ਬੋਲਦੇ। ਹਾਂ। ਅਸਲੀ ਜਿਹੜਾ ਡਾਟਾ ਜਿਹੜਾ ਉਸ ਸੰਸਥਾ ਨਾਲ ਸੰਬੰਧਿਤ ਜਾਂ ਉਸ ਪ੍ਰੋਗਰਾਮ ਨੂੰ ਲਿਖਣ ਵਾਲੇ ਜਿਸ ਵੀ ਟੌਪਿਕ ਤੇ ਜਿਸ ਵੀ ਸਬਜੈਕਟ ਤੇ ਉਸ ਪ੍ਰੋਗਰਾਮ ਰੱਖਦੇ ਆ ਉਹਦੇ ਬਾਰੇ 'ਚ ਪਹਿਲਾ ਜਿਹੜਾ ਸਪਸ਼ਟ ਸ਼ਬਦਾਂ ਵਿੱਚ ਅੱਛੇ ਨਾਪ ਤੋਲ ਕੇ ਜਿਹੜੇ ਬੋਲਣੇ ਆ, ਮੇਰੇ ਖਿਆਲ 'ਚ ਉਹ ਮੈਂ ਤੇ ਐਂਕਰ ਹੀ ਬੋਲਦਾ ਸੁਣਿਆ ਤੇ ਖੁਦ ਸਾਨੂੰ ਵੀ ਬੋਲਣਾ ਪਿਆ। ਤੇ ਇਸ ਲਈ ਐਂਕਰਿੰਗ ਕਰਨੀ ਤੇ ਬਹੁਤ ਔਖੀ ਹੈ। ਤੇ ਐਂਕਰ ਦਾ ਜਿਹੜਾ ਸਿੱਧੇ ਤੌਰ ਤੇ ਆਪਾਂ ਜੇ ਥੋੜੇ ਸ਼ਬਦਾਂ 'ਚ ਕਹਿਣਾ ਹੋਵੇ ਕਿ ਉਹ ਸ਼ਖਸ ਜਿਹੜਾ ਸਭ ਤੋਂ ਘੱਟ ਸਮਾਂ ਲੈ ਕੇ ਸਭ ਤੋਂ ਅੱਛੀ ਭੂਮਿਕਾ ਪ੍ਰੋਗਰਾਮ ਦੀ ਬਣਦਾ, ਉਹਨੂੰ ਐਂਕਰ ਕਹਿੰਦੇ। ਹਾਂ। ਔਰ ਪਿਛਲੇ 3 ਦਹਾਕਿਆਂ ਤੋਂ ਕਹਿ ਸਕਦੇ ਜੀ, 3 ਦਹਾਕਿਆਂ ਤੋਂ ਤੁਸੀਂ ਐਂਕਰਿੰਗ ਕਰ ਰਹੇ ਹੋ ਔਰ ਮੰਚ ਸੰਚਾਲਨ ਦੀ ਦੁਨੀਆ ਦੇ ਵਿੱਚੋਂ ਇਹ ਕਿੱਥੋਂ ਸ਼ੁਰੂਆਤ ਹੋਈ? ਪਹਿਲੀ ਸਟੇਜ ਕਿਹੜੀ ਸੀ? ਇਹ ਪੜ੍ਹਦੇ ਸਮੇਂ ਜਦੋਂ ਸਕੂਲ ਵਿੱਚ ਆਪਾਂ ਪੜ੍ਹਦੇ ਸੀ, ਚਲੋ ਪ੍ਰਾਇਮਰੀ ਸਕੂਲ 'ਚ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ, ਉਦੋਂ ਇਹ ਬਤੌਰ ਇੱਕ ਗਾਇਕ ਹੁੰਦੇ ਸੀ, ਕੋਈ ਕਵਿਤਾ ਪੜ੍ਹਤੀ, ਕੋਈ ਗਾਣਾ ਸੁਣਾਤਾ। ਲੇਕਿਨ ਜਦੋਂ ਬਿਲਕੁਲ, ਲੇਕਿਨ ਜਦੋਂ ਫਿਰ ਤੁਸੀਂ ਸੈਕੰਡਰੀ ਸਕੂਲ 'ਚ ਜਾਂਦੇ ਹੋ, ਉੱਥੇ ਫਿਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਉਮਰਪੁਰਾ ਕਲਾ ਮੈਂ ਪੜ੍ਹਿਆ। ਅੱਛਾ ਜੀ। ਉੱਥੇ ਇੱਕ ਟੀਚਰ ਸਾਡੇ ਬਹੁਤ ਅੱਛੇ ਹੁੰਦੇ ਸੀ। ਅੱਛਾ। ਗਿਆਨੀ ਰਾਮ ਸਰੂਪ ਉਹਨਾਂ ਦਾ ਨਾਮ ਸੀ। ਵਾਹ। ਤੇ ਮੈਂ ਉਹਨਾਂ ਤੋਂ ਬੜਾ ਮੁਤਾਸਰ ਰਿਹਾ। ਅੱਛਾ ਜੀ। ਉਹ ਬੋਲਦੇ ਸੀ ਤੇ ਐਂ ਲੱਗਦਾ ਜਿਵੇਂ ਫੁੱਲ ਖਿੜਦੇ ਹੁੰਦੇ ਨੇ। ਤੇ ਮੈਂ ਚਾਹੁੰਦਾ ਸੀ ਕਿ ਇਸ ਤਰ੍ਹਾਂ ਬੋਲਿਆ ਜਾਵੇ। ਤੇ ਮੈਂ ਉਹਨਾਂ ਤੋਂ ਇਹ ਪੁੱਛਿਆ ਵੀ ਤੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਮੇਰੇ ਅੰਦਰ ਜਗਿਆਸਾ ਪੈਦਾ ਕੀਤੀ। ਅੱਛਾ। ਫਿਰ ਸਕੂਲ 'ਚ ਹਲਕਾ ਹਲਕਾ ਬੋਲਣਾ ਸ਼ੁਰੂ ਕੀਤਾ। ਓਕੇ। ਤੇ ਉਸ ਤੋਂ ਚੱਲਦੇ ਫਿਰ ਜਦੋਂ ਮੈਂ ਫਗਵਾੜੇ ਪੜ੍ਹਨ ਵਾਸਤੇ ਗਿਆ, ਖਾਸ ਤੌਰ ਤੇ ਜਦੋਂ ਮੈਂ ਡਿਪਲੋਮਾ ਕਰਨ ਵਾਸਤੇ ਗਿਆ ਪਲਾਹੀ, ਉੱਥੇ ਸਰਦਾਰ ਗੁਰਮੀਤ ਸਿੰਘ ਪਲਾਹੀ ਬਹੁਤ ਅੱਛੇ ਲੇਖਕ ਨੇ ਅੱਜ ਵੀ। ਓਕੇ। ਉਹਨਾਂ ਦੇ ਸੰਪਰਕ 'ਚ ਮੈਂ ਛੇਤੀ ਆ ਗਿਆ ਤੇ ਉਹਨਾਂ ਨੇ ਮੈਨੂੰ ਕਾਫੀ ਚਾਂਸ ਦਿੱਤੇ, ਕਾਫੀ ਮੌਕੇ ਦਿੱਤੇ। ਹੌਲੀ ਹੌਲੀ ਮਤਲਬ ਕਿ ਇਹ ਬੋਲਣਾ ਜਿਹੜਾ ਸ਼ੁਰੂ ਕਰਤਾ। ਜੇ ਸਟੇਜ ਦੀ ਗੱਲ ਕਰੀਏ
ਤੇ ਪ੍ਰੋਪਰ ਢੰਗ ਨਾਲ ਆਪਾਂ ਸਟੇਜ ਤੇ ਜਿਹੜੇ ਆ ਉਹ 1998 ਚ ਆਏ ਆ। ਓਕੇ, ਕੀ ਬਾਤ ਹੈ ਜੀ। ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਤੁਹਾਡੀ, ਕਿਉਂਕਿ ਤੁਸੀਂ ਆਪਣੇ ਗੁਰੂਆਂ ਨੂੰ, ਆਪਣੇ ਮੈਂਟਰਸ ਨੂੰ, ਉਹਨਾਂ ਨੂੰ ਯਾਦ ਰੱਖਿਆ ਹੋਇਆ ਔਰ ਉਹਨਾਂ ਦਾ ਨਾਮ ਵੀ ਬੜੇ ਸਤਿਕਾਰ ਦੇ ਨਾਲ ਲੈ ਰਹੇ ਹੋ। ਅੱਛਾ ਮੱਖਣ ਜੀ, ਜਦੋਂ ਐਂਕਰਿੰਗ ਦੀ ਗੱਲ ਕਰੀਏ ਤੇ ਕੋਈ ਵੀ ਕਲਾ ਦੀ ਗੱਲ ਕਰੀਏ, ਤੁਹਾਡਾ ਜੋ ਸਮਾਂ ਸੀਗਾ 1998 ਉਸ ਟਾਈਮ ਦੇ ਵਿੱਚ ਫੈਮਿਲੀ ਵੱਲੋਂ ਉਹ ਸਪੋਰਟ ਨਹੀਂ ਮਿਲਦੀ ਹੁੰਦੀ ਸੀ ਜੋ ਅੱਜ ਮਿਲਦੀ ਹੈ, ਹੈ ਨਾ ਜੀ। ਉਸ ਵੇਲੇ ਇਹਨੂੰ ਅਜੀਬ ਨਜ਼ਰ ਨਾਲ ਦੇਖਿਆ ਜਾਂਦਾ ਸੀ ਵੀ ਇਹ ਇਸ ਲਾਈਨ ਦੇ ਵਿੱਚ ਨਹੀਂ ਜਾਣਾ ਜੀ। ਸੋ ਤੁਹਾਨੂੰ ਵੀ ਔਕੜਾਂ ਆਈਆਂ ਫੈਮਿਲੀ ਵੱਲੋਂ ਸਪੋਰਟ? ਜਿਹੜਾ ਫੈਮਿਲੀ ਪਿਛੋਕੜ ਸੀ ਉਹ ਬੜਾ ਸੰਘਰਸ਼ ਕਰਨ ਵਾਲਾ ਪਰਿਵਾਰ ਸੀਗਾ। ਅੱਛਾ ਜੀ। ਤੇ ਗੁਜ਼ਾਰਾ ਮਸਾ ਹੁੰਦਾ ਸੀ, ਇਹ ਸੱਚਾਈ ਹੈ। ਅੱਛਾ। ਤੇ ਉਸ ਦੌਰ ਦੇ ਵਿੱਚ ਕੋਈ ਹੋਰ ਕਿਸੇ ਲਾਈਨ ਨੂੰ ਅਖਤਿਆਰ ਕਰਨਾ ਜਿਹਦੇ ਵਿੱਚ ਕੋਈ ਪਤਾ ਨਹੀਂ ਹੈ ਫਿਊਚਰ ਕਿਸ ਤਰ੍ਹਾਂ ਦਾ, ਕੋਈ 2 ਰੁਪਏ ਆਉਣੇ ਆ ਜਾਂ ਨਹੀਂ ਆਉਣੇ, ਇਸ ਕਰਕੇ ਪਹਿਲਾਂ ਦੱਬ ਕੇ ਵਿਰੋਧਤਾ ਹੋਈ। ਅੱਛਾ। ਮੇਰੇ ਪਿਤਾ ਜੀ ਉਹਨਾਂ ਨੇ ਕਿਹਾ ਵੀ ਇਸ ਲਾਈਨ 'ਚ ਤਾਂ ਬਿਲਕੁਲ ਨਹੀਂ ਪੈਣਾ। ਓਕੇ। ਐਗਜ਼ਾਮਪਲਸ ਹੁੰਦੀਆਂ ਸੀ ਕਿਉਂਕਿ ਮੇਰੇ ਨਾਨਕਾ ਪਰਿਵਾਰ 'ਚ ਕੁਝ ਇੱਕ ਇਸ ਲਾਈਨ 'ਚ ਆਏ। ਅੱਛਾ। ਤੇ ਉਹਨਾਂ ਤੋਂ ਹੀ ਮੈਂ ਪ੍ਰਭਾਵਿਤ ਸੀ, ਲੇਕਿਨ ਉਹ ਕਾਮਯਾਬ ਕਿਸੇ ਹੱਦ ਤੱਕ ਨਹੀਂ ਹੋ ਸਕੇ। ਇਹ ਉਹਨਾਂ ਕੋਲ ਇੱਕ ਐਗਜ਼ਾਮਪਲ ਸੀ ਵੀ ਫੇਲ ਹੀ ਹੋ ਜਾਣਾ, ਇਸ ਕਰਕੇ ਮੈਨੂੰ ਰੋਕਦੇ ਸੀ। ਠੀਕ ਹੈ। ਲੇਕਿਨ ਜਦੋਂ ਸਟਾਰਟ ਤੇ ਹੀ ਇੱਕ ਪ੍ਰੋਗਰਾਮ ਦੇ ਵਿੱਚ ਪਿੰਡ ਹੀ ਆਪਣੇ ਚਰਨਜੀਤ ਚੰਨੀ ਕਲਾਕਾਰ ਸੀਗੇ ਈਦਾ ਤੋਂ, ਉਹਨਾਂ ਨੇ ਗਾਇਆ ਵਿਚਕਾਰ, ਮੈਨੂੰ ਟਾਈਮ ਕਿਤੇ ਮਿਲਿਆ, ਮੈਂ 2 ਗੀਤ ਗਾਏ। ਦੁਨੀਆ ਨੇ ਇੰਨਾ ਪੈਸਾ ਭਰਾਇਆ, ਉਹ ਪੈਸਾ ਉੱਡਦਾ ਦੇਖ ਕੇ ਡੈਡੀ ਮੂਹਰੇ ਬੈਠੇ ਸੀ ਤੇ ਉਹਨਾਂ ਨੂੰ ਲੱਗਿਆ ਵੀ ਜੇਕਰ ਸਹੀ ਢੰਗ ਨਾਲ ਤੂੰ ਕਾਕਾ ਆਏਗਾ ਤੇ ਸ਼ਾਇਦ ਤੇਰੇ ਤੇ ਵੀ ਇਸ ਤਰ੍ਹਾਂ ਪੈਸੇ ਵਰ ਸਕਦੇ। ਤੇ ਸੁਪਨਾ ਮੇਰਾ ਵੀ ਪਹਿਲਾਂ ਇਹੀ ਸੀ ਕਿ ਮੈਂ ਗਾਇਕ ਬਣਾ, ਤੇ ਆਇਆ ਵੀ ਬਤੌਰ ਗਾਇਕ, ਇੱਕ ਟੇਪ ਵੀ ਕੀਤੀ ਧਾਰਮਿਕ। ਅੱਛਾ। ਲੇਕਿਨ ਉੱਧਰ ਫਿਰ ਆਪਾਂ ਜੰਮ ਨਹੀਂ ਸਕੇ, ਫਿਰ ਛੇਤੀ ਐਂਕਰਿੰਗ ਵਾਲੇ ਪਾਸੇ ਆਪਾਂ ਜਿਹੜਾ ਇਹਨਾਂ ਦੀ ਇੰਟਰੋਡਕਸ਼ਨ, ਤੁਹਾਡੀ ਇੰਟਰੋਡਕਸ਼ਨ ਦੇ ਵਿੱਚ ਮੈਂ ਇੱਕ ਚੀਜ਼ ਮਿਸ ਕਰ ਗਿਆ। ਮੈਂ ਥੋੜਾ ਸਿੰਗਰ ਦਾ ਜ਼ਿਕਰ ਨਹੀਂ ਕੀਤਾ, ਉਹਦੇ ਲਈ ਮੈਂ ਮਾਫੀ ਮੰਗਦਾ। ਪਾਰਟ ਵੀ ਪੀਰੀਅਡ ਵੀ ਛੋਟਾ ਜਿਹਾ ਸੀ। ਅੱਛਾ। ਤੇ ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਕਰਾਂ, ਥੋੜੇ ਜਿਹੇ ਬੋਲ ਹੋ ਜਾਣ ਸੁਰਾਂ ਦੇ ਵਿੱਚ। ਹਾਂ ਹਾਂਜੀ, ਮੈਂ 2 ਬੋਲ ਪੇਸ਼ ਕਰ ਰਿਹਾ। ਹਾਂਜੀ। ਮੈਨੂੰ ਇੱਕ ਬਹੁਤ ਅੱਛਾ ਗੁਰਦੀਪ ਸਿੰਘ ਜੀ ਦਾ ਇੱਕ ਗਾਣਾ ਬਹੁਤ ਅੱਛਾ ਲੱਗਦਾ ਹੈ। ਵਾਹ। ਰਾਤ ਦੀ ਅੱਖ ਚੋਂ ਲੈ ਕੇ ਸਿਆਈ, ਗੋਰੇ ਚੰਨ ਦੀ ਪਰ ਕੇ ਗਵਾਈ, ਚੁੱਪ ਦੇ ਕੋਰੇ ਕਾਗਜ਼ ਤੇ, ਚੁੱਪ ਦੇ ਕੋਰੇ ਕਾਗਜ਼ ਤੇ, ਜਿੰਦ ਜਾਨ ਤੇਰੇ ਨਾਲ ਕਰ ਜਾਵਾਂ, ਜੇ ਤੂੰ ਭੁੱਲੇ, ਜੇ ਤੂੰ ਭੁੱਲੇ, ਤੂੰ ਜਿਉਂਦੀ ਰਵੇਂ, ਜੇ ਮੈਂ ਭੁੱਲਾਂ ਮੈਂ ਮਰ ਜਾ। ਵਾਹ ਕੀ ਬਾਤ। ਬੇਸੁਰ ਹੀ ਆਉਂਦਾ, ਸੁਰ ਚ ਹੁੰਦੇ ਤੇ ਹੁਣ ਤੱਕ ਬਹੁਤ ਅੱਗੇ ਚੱਲ ਜਾਣਾ ਸੀ। ਅੱਛਾ ਮੱਖਣ ਜੀ, ਵੈਸੇ ਤੁਹਾਨੂੰ ਐਂਕਰਿੰਗ ਕਰਦੇ, ਕਮੈਂਟਰੀ ਕਰਦੇ ਹੋਏ ਤਾਂ ਬਹੁਤਿਆਂ ਨੇ ਦੇਖਿਆ, ਪਰ ਗਾਉਂਦੇ ਹੋਏ ਪਹਿਲੀ ਵਾਰ ਦੇਖਿਆ ਹੋਵੇਗਾ, ਹੈ ਨਾ ਜੀ। ਅੱਛਾ, ਤੁਸੀਂ ਦੱਸਿਆ ਵੀ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜ੍ਹਿਆ ਤੇ ਉਦੋਂ ਬਹੁਤ ਨੋਟਾਂ ਦੀ ਵਰਖਾ ਹੋਈ ਤੇ ਪਿਤਾ ਜੀ ਦੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਇਸ ਲਾਈਨ ਦੇ ਵਿੱਚ ਜਾਇਆ ਜਾਵੇ। ਤੁਹਾਡੀ ਐਜ਼ ਅ ਪ੍ਰੋਫੈਸ਼ਨਲੀ ਲਾਈਫ ਦੀ ਗੱਲ ਕਰਾਂ ਤੇ ਪ੍ਰੋਫੈਸ਼ਨਲੀ ਸਟੇਜ ਦੇ ਉੱਪਰ ਜਦੋਂ ਤੁਸੀਂ ਐਂਕਰਿੰਗ ਕੀਤੀ, ਪਹਿਲੀ ਕਮਾਈ ਕਿਹੜੀ ਸੀ, ਕਿੰਨੀ ਕਮਾਈ ਸੀ? ਬੜਾ ਤੁਸੀਂ ਹੈਰਾਨ ਹੋ ਜਾਣਾ। ਅੱਛਾ। ਨਹੀਂ, ਮੈਂ ਹੈਰਾਨ ਹੋਣ ਨੂੰ ਤਿਆਰ ਹਾਂ ਕਿ ਮੈਨੂੰ ਪਹਿਲੀ ਸਟੇਜ ਤੇ 30 ਰੁਪਏ ਮਿਲੇ ਸੀ। ਅੱਛਾ। ਔਰ ਮੈਂ 30 ਰੁਪਏ ਲੈ ਕੇ ਖੁਸ਼ ਸੀਗਾ ਕਿਉਂਕਿ ਉਹਨਾਂ ਦਿਨਾਂ ਵਿੱਚ ਜਿਹੜੀ ਆਮ ਲੇਬਰ ਦੀ ਦਿਹਾੜੀ ਸੀ ਉਹ 7 ਰੁਪਏ ਸੀ ਤੇ ਮੈਨੂੰ 30 ਮਿਲੇ ਸੀ। ਵਾਹ। ਤੇ 30 ਵਾਲਾ ਬਾਦਸ਼ਾਹ ਸੀ। ਕੀ ਬਾਤ। ਤੇ ਮੈਂ ਖੁਸ਼ ਬੜਾ ਹੋਇਆ, ਲੇਕਿਨ ਉਹ ਸੀ ਇੱਕ ਐਡਜਸਟਮੈਂਟ ਕਿ ਜਿਹੜੇ ਅਸਲ ਐਂਕਰ ਆਏ ਨਹੀਂ ਕਲਾਕਾਰ ਨਾਲ। ਕਲਾਕਾਰ ਦਾ ਨਾਮ ਸੀ ਮੇਜਰ ਮਸਤਾਨਾ, ਮਰਹੂਮ ਮੇਜਰ ਮਸਤਾਨਾ, ਬੜੇ ਅੱਛੇ ਕਵੀਏ ਸੀ ਜੀ ਜੀ। ਉਹ ਉਹਨਾਂ ਦੇ ਨਾਲ ਜਿਹੜੇ ਐਂਕਰ ਆਉਂਦੇ ਸੀ ਉਹ ਕਿਤੇ ਵਿੱਚੋਂ ਝਟਕਾ ਦੇ ਗਏ। ਉਸ ਦਿਨ ਆਏ ਨਾ ਤੇ ਕੋਈ ਐਂਕਰ ਬਚਿਆ ਨਹੀਂ ਤੇ ਮੈਂ ਪਿੱਛੇ ਉਹਨਾਂ ਨੂੰ ਕੋਰਸ ਕਰਦਾ ਹੁੰਦਾ। ਅੱਛਾ ਅੱਛਾ। ਉਹਨਾਂ ਨੇ ਵਿੱਚ ਮੈਨੂੰ ਐਡਜਸਟ ਕਰਾਤਾ। ਓਕੇ। ਚਲੋ ਮੱਖਣ ਜੀ, ਬੂਟਾ ਰਾਈ ਸਾਹਿਬ ਉਸਤਾਦ ਜੀ, ਉਹ ਕਹਿੰਦੇ ਮੱਖਣ ਜੀ ਤੁਸੀਂ ਅੱਜ ਪੇਸ਼ ਕਰਾ ਦਿਓ। ਬਸ ਉੱਥੋਂ ਸ਼ੁਰੂਆਤ ਹੋ ਗਈ। ਫਿਰ ਉਹਨਾਂ ਨੇ ਮੁੜ ਕੇ ਮੈਨੂੰ ਹੀ ਰੱਖਿਆ ਨਾਲ ਤੇ 30 ਤੋਂ 300 ਹੋਣ ਤੱਕ ਟਾਈਮ ਨਹੀਂ ਲੱਗਿਆ। ਅੱਛਾ। ਫਿਰ ਜ਼ੀਰੋਆਂ ਵਧੀਆਂ ਗਈਆਂ ਸਾਡੀਆਂ। ਕੀ ਬਾਤ ਹੈ। ਅੱਛਾ ਮੱਖਣ ਭਾਜੀ, ਕੋਈ ਵੀ ਕਲਾਕਾਰ ਹੋਵੇ ਜਦੋਂ ਉਹ ਇਹ ਕਹਿੰਦਾ ਵੀ ਮੈਨੂੰ ਇਹ ਕਲਾ ਆ ਗਈ, ਮੈਂ ਸੰਪੂਰਨ, ਯਾਨੀ ਕਿ ਆਈ ਐਮ ਦਾ ਪਰਫੈਕਟ, ਤੁਸੀਂ ਇਹ ਪਰਫੈਕਟ ਵਰਡ ਆਪਣੀ ਲਾਈਫ ਦੇ ਵਿੱਚ ਕਿੰਨਾ ਯੂਜ਼ ਕਰਦੇ ਹੋ? ਐਂਕਰਿੰਗ ਦੀ ਕੋਈ ਸੀਮਾ ਹੈ, ਫੁੱਲ ਸਟਾਪ?
ਕਦੇ ਵੀ ਨਹੀਂ ਹੋ ਸਕਦੀ। ਕਿਸੇ ਵੀ ਚੀਜ਼ ਦੇ ਵਿੱਚ ਕੋਈ ਬੰਦਾ ਪਰਫੈਕਟ ਨਹੀਂ ਹੋ ਸਕਦਾ। ਬੜੀਆਂ ਬਹੁਤ ਸਾਰੀਆਂ ਊਣਤਾਈਆਂ ਅੱਜ ਵੀ ਲੱਭਦੀਆਂ। ਅੱਛਾ। ਕਈ ਸਟੇਜਸ ਇਦਾਂ ਦੀਆਂ ਸੀ ਜਿੱਥੇ ਹੋਰ ਵਧੀਆ ਕੀਤਾ ਜਾ ਸਕਦਾ ਸੀ। ਕਈ ਮੁੱਦੇ ਇਦਾਂ ਦੇ ਸਨ ਜਿੱਥੇ ਵਧੀਆ ਬੋਲਿਆ ਜਾ ਸਕਦਾ ਸੀ, ਪਰ ਸ਼ਬਦਾਂ ਦੀ ਕਮੀ ਕਰਕੇ ਕਿਤੇ ਨਾ ਕਿਤੇ ਵੋਕੈਬਲਰੀ ਦੇ ਵਿੱਚ ਲੱਗਦਾ ਕਿ ਕੁਝ ਵਰਡ ਘੱਟ ਸੀ, ਕੁਝ ਸ਼ਬਦ ਘੱਟ ਸੀਗੇ ਜੀ। ਅਗਰ ਹੋਰ ਵਧੇਰੇ ਹੁੰਦੇ ਜਾਂ ਹੋਰ ਅੱਛੀ ਸ਼ਾਇਰੀ, ਕਿਉਂਕਿ ਸ਼ਾਇਰੀ ਨਾਲ ਮੇਰਾ ਬਹੁਤ ਵਾਸਤਾ ਰਿਹਾ, ਤੇ ਉਹ ਅਗਰ ਹੋਰ ਅੱਛੀ ਹੁੰਦੀ ਜਾਂ ਉਹ ਸ਼ੇਅਰ ਉੱਤੇ ਢੁਕਮਾ ਨਹੀਂ ਸੀ, ਜੇਕਰ ਮੈਂ ਇਹ ਬੋਲਦਾ ਤੇ ਜ਼ਿਆਦਾ ਅੱਛਾ ਸੀ। ਅੱਛਾ ਮੱਖਣ ਭਾਜੀ, ਤੁਸੀਂ ਸ਼ੇਰੋ ਸ਼ਾਇਰੀ ਦੀ ਗੱਲ ਕੀਤੀ। ਜੇ ਮੇਰੇ ਕੋਲ ਇਸ ਵੇਲੇ ਨਿੱਘੀ ਮੁਲਾਕਾਤ ਦੇ ਵਿੱਚ ਕੋਈ ਸਿੰਗਰ ਬੈਠਾ ਹੁੰਦਾ ਤੇ ਮੈਂ ਉਹਨਾਂ ਕੋਲੋਂ ਗਾਣਾ ਤਾਂ ਜ਼ਰੂਰ ਸੁਣਦਾ। ਤੁਸੀਂ ਐਂਕਰਿੰਗ ਕਰਦੇ ਹੋ ਔਰ ਇਹ ਜਿਹੜਾ ਸ਼ਾਇਰੀ ਜਿਹੜਾ ਪਾਰਟ ਹੈ ਨਾ, ਇਹ ਐਂਕਰਿੰਗ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ ਜੀ ਜੀ। ਸੋ ਮੈਂ ਚਾਹਾਂਗਾ ਵੀ ਆਪਣੇ ਦਰਸ਼ਕਾਂ ਦੇ ਰੂਬਰੂ ਤੁਸੀਂ ਥੋੜੇ ਸ਼ਾਇਰੀ ਵਿੱਚ ਕਦੇ ਕਦੇ ਕਹਿੰਦੇ ਵੀ ਸ਼ਾਇਰੀ ਕਰਨੀ ਸਾਹਿਲ ਨਹੀਂ, ਕੁਝ ਹੀਲਾ ਕਰਨਾ ਪੈਂਦਾ ਹੈ। ਵਾਹ। ਇਵੇਂ ਐਂਕਰਿੰਗ 'ਚ ਹੈ। ਅੱਛਾ। ਸ਼ਾਇਰੀ ਕਰਨੀ ਸਾਹਿਲ ਨਹੀਂ, ਕੁਝ ਹੀਲਾ ਕਰਨਾ ਪੈਂਦਾ ਹੈ। ਇੱਕ ਲੋਕ ਕਵੀ ਨੂੰ ਲੋਕਾਂ ਦੇ ਮਕਤਲ ਵਿੱਚ ਖੜਨਾ ਪੈਂਦਾ ਹੈ। ਨਾ ਪੈਨਸ਼ਨ ਡਿਗਰੀ ਮਿਲਦੀ ਏ, ਕੁਝ ਹੱਥੋਂ ਸਰਨਾ ਪੈਂਦਾ ਏ। ਸਿਰ ਉੱਤੇ ਰੋਗ ਅਵਲਿਆਂ ਨੂੰ ਹੱਸ ਹੱਸ ਕੇ ਜਾਨਣਾ ਪੈਂਦਾ ਏ। ਸ਼ਾਇਰੀ ਕਰਨੀ ਸਾਹਿਲ ਨਹੀਂ। ਜੇਕਰ ਇੱਥੇ ਸ਼ਾਇਰੀ ਦੀ ਜਗ੍ਹਾ ਐਂਕਰਿੰਗ ਲਿਖ ਲਓ ਤੇ ਗੱਲ ਸੇਮ ਹੀ ਹੈ ਜੀ। ਅੱਛਾ ਮੱਖਣ ਭਾਜੀ, ਇੱਕ ਆਰਟਿਸਟ ਦਾ ਲਿਟਰੇਰੀ ਹੋਣਾ ਕਿੰਨਾ ਜ਼ਰੂਰੀ ਹੈ, ਸਾਹਿਤਕ ਹੋਣਾ ਕਿੰਨਾ ਜ਼ਰੂਰੀ ਹੈ? ਕਿਉਂਕਿ ਬਹੁਤ ਸਾਰੇ ਜਿਹੜੇ ਅੱਜ ਦੇ ਆਰਟਿਸਟ ਹੈ, ਮੈਨੂੰ ਨਹੀਂ ਲੱਗਦਾ ਕੋਈ ਕਿਤਾਬ ਪੜ੍ਹਦਾ ਹੋਵੇਗਾ, ਕਿਉਂਕਿ ਅੱਜ ਕੱਲ੍ਹ ਮੋਬਾਈਲ ਹੈ ਹਰ ਇੱਕ ਦੇ ਹੱਥ ਦੇ ਵਿੱਚ। ਗੂਗਲ ਦੇ ਵਿੱਚ ਸਰਚ ਕਰੋ, ਉਹ ਸਰਚ ਕਰਕੇ ਰੀਡ ਕਰ ਲੈਂਦਾ। ਕਿਤਾਬ ਦਾ ਪੇਜ ਪਲਟਣਾ ਜਾਂ ਮੋਬਾਈਲ 'ਤੇ ਉਂਗਲ ਦੇ ਨਾਲ, ਟੱਚ ਸਕਰੀਨ ਦੇ ਨਾਲ ਇਸਦਾ ਕਰਨਾ, ਸੋ ਕਿੰਨਾ ਡਿਫਰੈਂਸ ਮਹਿਸੂਸ ਕਰਦੇ ਹੋ ਤੁਸੀਂ? ਵਿਕਾਸ ਜੀ, ਇਹ ਤਾਂ ਅੱਜ ਦਾ ਯੁੱਗ ਹੈ ਨਾ। ਹਾਂਜੀ। ਇਹ ਗੂਗਲ ਤੇ ਹੁਣੇ ਹੀ ਆਇਆ ਨਾ। ਹਾਂ। ਤੇ ਜਦੋਂ ਕਿ ਆਪਾਂ ਸ਼ੁਰੂ ਕੀਤਾ ਸੀ ਉਦੋਂ ਤਾਂ ਗੂਗਲ ਨਹੀਂ ਸੀ। ਉਦੋਂ ਇਹ ਸੀ ਕਿ ਮੇਰੀ ਸੋਚ ਮੁਤਾਬਕ ਐਂਕਰ ਪੜ੍ਹਿਆ ਲਿਖਿਆ ਹੀ ਹੋਣਾ ਚਾਹੀਦਾ ਹੈ। ਐਜੂਕੇਸ਼ਨ ਇਜ਼ ਮਸਟ। ਜੇ ਤੁਹਾਡੇ ਕੋਲ ਐਜੂਕੇਸ਼ਨ ਨਹੀਂ, ਪੜ੍ਹਾਈ ਨਹੀਂ, ਫਿਰ ਜਿਹੜੇ ਮੈਂ ਤੁਹਾਨੂੰ ਸ਼ੁਰੂਆਤ 'ਚ ਕਿਹਾ ਸੀ ਵੀ ਅਲੱਗ-ਅਲੱਗ ਸਬਜੈਕਟ 'ਤੇ ਤੁਹਾਨੂੰ ਆਪਣੀ ਗੱਲ ਰੱਖਣੀ ਪੈਂਦੀ ਹੈ। ਮੰਨ ਲਓ ਉੱਥੇ ਗੱਲ ਹੋਵੇ, ਤੁਹਾਨੂੰ ਇੱਕ ਚੀਜ਼ ਆਉਂਦੀ ਹੈ। ਅੱਜ ਦਾ ਸਬਜੈਕਟ ਤੁਹਾਡਾ ਸੀ ਪਾਣੀ। ਕੱਲ ਨੂੰ ਹੋ ਸਕਦਾ ਫੁੱਲਾਂ 'ਤੇ ਹੋ ਜਾਏ, ਪਰਸੋਂ ਨੂੰ ਸਬਜੈਕਟ ਹੋ ਜਾਏ ਕਿ ਬਾਹਰੋਂ ਜਿਹੜੇ ਪਰਿੰਦੇ ਆਉਂਦੇ ਆ ਤੁਹਾਡੇ ਪੰਜਾਬ 'ਚ, ਹਰੀਕੇ ਪੱਤਣ ਵਗੈਰਾ, ਉਹਦੇ ਬਾਰੇ ਤੁਹਾਡੇ ਕੋਲ ਕੀ ਹੋਏਗਾ ਬੋਲਣ ਲਈ? ਬਿਲਕੁਲ। ਤੁਹਾਨੂੰ ਪੂਰੇ ਆਪਣੇ ਆਲੇ ਦੁਆਲੇ ਦੀ ਨੌਲੇਜ, ਪੂਰੀ ਦੁਨੀਆ ਦੀ ਨੌਲੇਜ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਉੱਥੇ ਸਮੇਂ ਨੂੰ ਰੱਖ ਕੇ ਆਪਣੇ ਵੱਲੋਂ ਕੋਈ ਨਾ ਕੋਈ ਗੱਲ ਕਹਿ ਸਕੋ। ਇੱਕ ਲਫ਼ਜ਼ ਮੈਂ ਬੋਲਦਾ ਹੁੰਦਾ, ਅੱਜ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਮੇਰੇ ਘਰ ਕੌਲੀਆਂ ਘੱਟ, ਕਿਤਾਬਾਂ ਜ਼ਿਆਦਾ ਨੇ। ਕੀ ਬਾਤ ਹੈ। ਇਹ ਲਾਇਬ੍ਰੇਰੀ ਦਾ ਸ਼ੌਕ ਰੱਖਦੇ ਹੋ ਪੂਰਾ? ਬਿਲਕੁਲ ਬਿਲਕੁਲ। ਸੋ ਜੀ, ਪੰਜਾਬ ਦੀ ਕੋਈ ਐਸੀ ਸਟੇਜ ਨਹੀਂ ਮੈਨੂੰ ਲੱਗਦਾ ਵੀ ਜਿੱਥੇ ਤੁਸੀਂ ਪਰਫਾਰਮ ਨਾ ਕੀਤਾ ਹੋਵੇ, ਕੋਈ ਪੰਜਾਬ ਦਾ ਐਸਾ ਕਲਾਕਾਰ ਨਹੀਂ ਜਿਹੜਾ ਤੁਹਾਡੇ ਰੂਬਰੂ ਨਾ ਹੋਇਆ ਹੋਵੇ ਔਰ ਜਿਨ੍ਹਾਂ ਦੇ ਨਾਲ ਤੁਸੀਂ ਸੰਗਤ ਨਾ ਕੀਤੀ ਹੋਵੇ। ਜੀ ਜੀ। ਕੋਈ ਐਸਾ ਆਰਟਿਸਟ ਜਾਂ ਕੋਈ ਐਸਾ ਐਂਕਰ ਜਿਹਦੇ ਤੋਂ ਤੁਸੀਂ ਬਹੁਤ ਮੁਤਾਸਿਰ ਹੋਵੋ, ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਮੌਜੂਦਾ? ਹਾਂਜੀ ਹਾਂਜੀ। ਹੁਣ ਜਿਹੜੇ ਗੱਲ ਆਪਾਂ ਐਂਕਰਸ ਦੀ ਕਰ ਰਹੇ ਹਾਂ ਨਾ, ਐਂਕਰ ਬੜੇ ਅੱਛੇ ਮੁੰਡੇ ਨਵੇਂ ਆ ਰਹੇ ਹੈ, ਕਾਫੀ ਇੰਟੈਲੀਜੈਂਟ ਹੈ ਔਰ ਮੇਰੇ ਖਿਆਲ ਸਾਡੇ ਤੋਂ ਤਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ। ਤੇ ਉਹਨਾਂ ਦਾ ਵੀ ਇੱਕ ਆਪਣਾ ਦਾਇਰਾ, ਬਹੁਤ ਅੱਛਾ ਬੋਲਦੇ ਆ। ਖਾਸ ਤੌਰ 'ਤੇ ਕਈ ਵਾਰ ਮੈਂ ਰੇਡੀਓ 'ਤੇ ਕੁਛ ਲੜਕਿਆਂ ਨੂੰ ਬੋਲਦਾ ਸੁਣਦਾ, ਲੜਕੀਆਂ ਨੂੰ ਬੋਲਦਾ ਸੁਣਦਾ, ਮੈਨੂੰ ਬਹੁਤ ਚੰਗਾ ਲੱਗਦਾ। ਇਹ ਅੱਛਾ ਪੜ੍ਹ ਕੇ ਆ ਰਿਹਾ ਤੇ ਇਸ ਤਰ੍ਹਾਂ ਚੰਗਾ ਲੱਗ ਰਿਹਾ। ਇਹ ਚੀਜ਼ ਉੱਪਰ ਜਾ ਰਹੀ ਹੈ, ਥੱਲੇ ਨਹੀਂ ਆ ਰਹੀ। ਜੀ ਜੀ ਜੀ। ਜਿਵੇਂ ਸਾਡੇ ਸਮੇਂ ਅਸੀਂ ਚਾਚਾ ਰੌਣਕੀ ਰਾਮ ਜੀ, ਬਲਵਿੰਦਰ ਵਿੱਕੀ ਜੀ ਨੂੰ ਸੁਣਨਾ ਤੇ ਬੜੇ ਹੈਰਾਨ ਹੁੰਦੇ ਸੀ। ਅਸੀਂ ਪਿਆਸਾ ਜੀ ਨੂੰ ਸੁਣਨਾ ਔਰ ਨਾਲ ਇੱਕ ਕੈਦੀ ਸਾਹਿਬ ਹੁੰਦੇ ਸੀ, ਉਹਨਾਂ ਨੂੰ ਸੁਣ ਕੇ ਬੜੇ ਹੈਰਾਨ ਹੁੰਦੇ ਸੀ। ਇਹਨਾਂ ਕੋਲ ਲਫ਼ਜ਼ਾਂ ਦਾ ਭੰਡਾਰ ਹੈ। ਤੇ ਇੱਦਾਂ ਹੀ ਸਾਡੀ ਪੀੜ੍ਹੀ 'ਚ ਵੀ, ਖਾਸ ਤੌਰ 'ਤੇ ਮੇਰੀ ਪੀੜ੍ਹੀ ਦੇ ਵਿੱਚ ਅਸੀਂ ਕਹਿ ਲਓ ਕਿ ਵੀਰਾ ਮੰਤਰੀ ਜਿਹਨੇ ਮੈਨੂੰ ਬਹੁਤ ਸੰਗਤ ਕੀਤੀ ਇਸ ਦੁਨੀਆ 'ਤੇ, ਹੁਣ ਨਹੀਂ, ਪਰ ਅਸੀਂ ਇਕੱਠਿਆਂ ਬਹੁਤ ਕੰਮ ਕੀਤਾ। ਅਸੀਂ ਇੱਕ ਦੂਸਰੇ ਨਾਲ ਗੱਲਾਂ ਕਰਕੇ ਬਹੁਤ ਕੁਝ ਸਿੱਖਦੇ ਹੁੰਦੇ ਸੀ। ਅੱਛਾ। ਬਹੁਤ ਸਾਰੀਆਂ ਸਟੇਜਾਂ 'ਤੇ ਮੈਂ ਦੇਖਿਆ ਵੀ ਹੈ। ਬੜੀ ਸੰਗਤ ਕੀਤੀ ਸੀ। ਤੇ ਜਿਹੜੀ ਚੀਜ਼ ਮੇਰੇ ਤੋਂ ਰਹਿ ਜਾਣੀ ਉਹਨੇ ਕਹਿ ਦੇਣੀ, ਜਿਹੜੀ ਉਹਨਾਂ ਤੋਂ ਰਹਿ ਜਾਣੀ ਮੈਂ ਕਹਿ ਦੇਣੀ। ਬੜਾ ਆਪਸ ਦੇ ਵਿੱਚ ਸਾਡਾ ਮੋਹ ਵੀ ਰਿਹਾ ਤੇ ਸਟੇਜ ਨੂੰ ਉੱਪਰ ਚੱਕਣ ਲਈ ਦੋਵਾਂ ਨੇ ਬਹੁਤ ਯਥਾ ਸ਼ਕਤੀ ਜਿਹੜੀ ਆ ਉਹ ਲਾਈ। ਜੀ। ਤੁਹਾਡੀ ਲਾਈਫ ਦੇ ਵਿੱਚ ਸੋਸ਼ਲ ਮੀਡੀਆ ਦਾ ਕੀ ਕੰਟਰੀਬਿਊਸ਼ਨ ਹੈ? ਜਿਹੜਾ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੋਂ ਬਿਨਾਂ ਚੱਲ ਹੀ ਨਹੀਂ ਸਕਦੇ। ਜੇ ਆਪਾਂ ਅੱਜ ਵੀ ਬੈਠੇ ਹਾਂ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਗੱਲ ਜਿਹੜੀ ਰੱਖ ਰਹੇ ਹਾਂ।
ਇਹ ਦੌਰ ਬਦਲਦੇ ਆ। ਹਾਂਜੀ। ਇੱਕ ਬਲੈਕ ਐਂਡ ਵਾਈਟ ਟੀਵੀ ਦਾ ਯੁੱਗ ਸੀ, ਹਾਂ। ਉਸ ਤੋਂ ਫਿਰ ਕਲਰ ਟੀਵੀ ਦਾ ਆਇਆ, ਉਹ LCD ਆਈ, LED ਆਈ, ਉਸ ਤੋਂ ਮੋਬਾਈਲ ਆਇਆ, ਹਾਂ। ਸੋਸ਼ਲ ਮੀਡੀਆ। ਇਹ ਜਿਹੜਾ ਦਿਨ ਬ ਦਿਨ ਮਨੁੱਖ ਜਿਵੇਂ ਤਰੱਕੀ ਕਰਦਾ ਤੇ ਜਿਹੜਾ ਤੇ ਸਮੇਂ ਦੇ ਨਾਲ ਤੁਰਿਆ ਜਾਂਦਾ, ਸਮੇਂ ਦੇ ਹਾਣ ਦਾ ਹੋ ਕੇ ਰਹਿੰਦਾ, ਉਹ ਅੱਗੇ ਵੱਧ ਜਾਂਦਾ, ਨਹੀਂ ਤੇ ਬੰਦਾ ਬਹੁਤ ਪਿੱਛੇ ਰਹਿ ਜਾਂਦਾ। ਇਸ ਕਰਕੇ ਸੋਸ਼ਲ ਮੀਡੀਆ ਤੇ ਜਾਣਾ ਬਹੁਤ ਜ਼ਰੂਰੀ ਹੈ, ਆਪਣੀ ਗੱਲ ਕਹਿਣੀ ਬਹੁਤ ਜ਼ਰੂਰੀ। ਸੋ ਪਬਲਿਕ ਸਪੀਕਿੰਗ ਦੇ ਬਹੁਤ ਸਾਰੇ ਆਸਪੈਕਟ ਹੈਗੇ ਆ ਮੱਖਣ ਜੀ, ਜਿੱਦਾਂ ਐਂਕਰਿੰਗ ਤੁਸੀਂ ਕਰਦੇ ਹੋ, ਪ੍ਰੈਜ਼ੈਂਟਰ, ਰੇਡੀਓ ਚੌਕੀ। ਇਸੇ ਤਰ੍ਹਾਂ ਇੱਕ ਅਲੱਗ ਪੱਖ ਤੁਹਾਡਾ ਦੇਖਣ ਨੂੰ ਮਿਲਿਆ, ਉਹ ਕਮੈਂਟੇਟਰ। ਇੱਕ ਸਟੇਜ ਤੋਂ ਉਤਰ ਕੇ ਥੱਲੇ ਮੈਦਾਨ ਦੇ ਵਿੱਚ ਚੱਲਦੇ ਫਿਰਦੇ ਹੋਏ ਮਾਈਕ ਲੈ ਕੇ ਕਮੈਂਟਰੀ ਕਰਨੀ, ਚਾਹੇ ਉਹ ਕਬੱਡੀ ਦਾ ਕੋਈ ਟੂਰਨਾਮੈਂਟ ਹੋਵੇ, ਚਾਹੇ ਉਹ ਦੰਗਲ ਹੋਣ, ਕੁਸ਼ਤੀ ਮੁਕਾਬਲੇ ਹੋਣ। ਸੋ ਇੱਕੋ ਦਮ ਐਂਕਰਿੰਗ ਤੋਂ ਕਨਵਰਟ ਹੋ ਕੇ ਤੁਸੀਂ ਕਮੈਂਟੇਟਰ ਵੱਲ ਕਿੱਦਾਂ ਮੂਵ ਹੋਏ, ਇਹਦੇ ਪਿੱਛੇ ਕੀ ਕਹਾਣੀ ਹੈ? ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ ਵਿਕਾਸ ਜੀ, ਔਰ ਦੁੱਖ ਦੀ ਰਗ ਤੇ ਹੱਥ ਵੀ ਰੱਖਦਾ। ਅੱਛਾ। ਉਹ ਇਵੇਂ ਕਿ ਐਂਕਰਿੰਗ ਦੇ ਵਿੱਚ ਸਫਲਤਾ ਜਾਂ ਅਸਫਲਤਾ, ਇਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ। ਇਹਦਾ ਨਿਰਣਾ ਤੇ ਲੋਕ ਕਰਨਗੇ ਕਿ ਕੌਣ ਕਿੰਨਾ ਕੁ ਸਫਲ ਹੋਇਆ ਜਾਂ ਕਿੰਨਾ ਚੰਗਾ ਕਰ ਗਿਆ ਤੇ ਕਿੰਨਾ ਮਾੜਾ ਕਰ ਗਿਆ। ਲੇਕਿਨ ਮੈਨੂੰ ਹਮੇਸ਼ਾ ਇਸ ਚੀਜ਼ ਦਾ ਆਪਣੇ ਆਪ ਤੇ ਜਾਂ ਕਹਿ ਲਓ ਕਿ ਜਾਂ ਸਿਸਟਮ ਤੇ ਇਹ ਰੰਜ ਸੀ ਥੋੜਾ ਜਿਹਾ। ਅੱਛਾ। ਕਿ ਐਂਕਰ ਨੂੰ ਉਹਦਾ ਬਣਦਾ ਸਥਾਨ ਉਹ ਨਹੀਂ ਦਿੱਤਾ ਜਾਂਦਾ, ਉਹ ਫਿਲਰ ਦਾ ਫਿਲਰ ਹੀ ਰਹਿ ਗਿਆ। ਜੀ ਜੀ ਜੀ। ਉਸ ਚੀਜ਼ ਤੋਂ ਮੈਂ ਵੀ ਥੋੜਾ ਜਿਹਾ ਅੱਕ ਗਿਆ। ਫਿਰ ਇੱਕ ਮਹਾਨ ਸ਼ਖਸੀਅਤ RS ਹੁੰਦਲ, ਉਹਨਾਂ ਦਾ ਨਾਮ ਹੈ। ਅੱਛਾ ਜੀ। ਉਹ ਸਾਡੇ ਸੰਸਥਾ ਚਲਾ ਰਿਹਾ ਸਕੈਨ, ਮੈਂ ਉਹਨਾਂ ਦੇ ਸੰਪਰਕ 'ਚ ਆਇਆ। ਅੱਛਾ। ਬੱਚਿਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ। ਵਾਹ। ਅੱਜ ਤੋਂ 10 ਸਾਲ ਪਹਿਲਾਂ। ਸਕੂਲ 'ਚ ਪੜ੍ਹਦੇ ਬੱਚੇ? ਸਕੂਲ 'ਚ ਪੜ੍ਹਦੇ, ਸਿਰਫ ਸਕੂਲੀ ਬੱਚਿਆਂ ਦਾ। ਸਕੂਲੀ ਬੱਚਿਆਂ ਦਾ। ਅੱਛਾ। ਸਕੂਲੀ ਬੱਚਿਆਂ ਦੀਆਂ ਜਿਹੜੀਆਂ ਖੇਡਾਂ ਕਰਾਈਆਂ, ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ, ਉਹਦੇ ਵਿੱਚ ਮੈਂ ਵੜ ਗਿਆ ਬਤੌਰ ਕਮੈਂਟੇਟਰ। ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਆਖਿਆ ਵੀ ਅੱਛਾ ਬੋਲ ਰਿਹਾ ਹੈ, ਇਨਕਰੇਜ ਕੀਤਾ। ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਉਹਨਾਂ ਨੇ ਆਖਿਆ ਕਿ ਤੈਨੂੰ ਸਪੋਰਟਸ ਵਾਲੇ ਪਾਸੇ ਪਾਉਣੇ ਆ। ਕੁਝ ਕਬੱਡੀ ਦੇ ਮੈਚ ਕਰਵਾਏ ਤੇ ਉਹਦੇ ਵਿੱਚ ਵੀ ਥੋੜਾ ਜਿਹਾ ਮੈਂ ਨਹੀਂ ਜੰਮ ਸਕਿਆ, ਕਹਿ ਲਓ। ਥੋੜੀ ਪ੍ਰੋਬਲਮ ਵੀ ਸੀ। ਕੁਝ ਚੀਜ਼ਾਂ ਤੋਂ ਜਿਹੜੀ ਮੈਨੂੰ ਨਫ਼ਰਤ ਆ, ਉਹ ਜਿਹੜੀਆਂ ਪ੍ਰਵੇਸ਼ ਕਰ ਗਈਆਂ ਖੇਡਾਂ 'ਚ। ਮੈਂ ਸਮਝ ਗਿਆ। ਜੀ ਜੀ। ਤੇ ਉਹਨਾਂ ਚੀਜ਼ਾਂ ਤੋਂ ਫਿਰ ਮੈਂ ਵੀ ਆਪਣੇ ਆਪ ਨੂੰ ਮੁਕਤ ਕਰਨਾ ਚਾਹੁੰਦਾ ਸੀ। ਫਿਰ ਮੈਂ ਆਇਆ ਛਿੰਝਾਂ ਵਾਲੇ ਪਾਸੇ। ਓਕੇ। ਛਿੰਝਾਂ ਜਿਹੜੀ ਸ਼ਰਧਾ ਦੇ ਤੌਰ ਤੇ ਕਰਵਾਈਆਂ ਜਾਂਦੀਆਂ। ਹਾਂ। ਇਹਦੇ ਵਿੱਚ ਧਾਰਮਿਕਤਾ ਭਾਰੂ ਆ, ਧਰਮ ਨੂੰ ਮੁੱਖ ਰੱਖਿਆ ਜਾਂਦਾ। ਆਪਣੇ ਪੁਰਾਣੇ ਜਿੰਨੇ ਪੂਰਵਜ ਹੋਏ, ਗੁਰੂ ਸੰਤ ਰਹਿਬਰ ਰਿਸ਼ੀ ਮੁਨੀ, ਜੀ ਜੀ ਜੀ, ਉਹਨਾਂ ਨੂੰ ਡੈਡੀਕੇਟਡ ਹੁੰਦੀਆਂ। ਬਿਲਕੁਲ। ਤੇ ਮੇਰਾ ਥੋੜਾ ਲਹਿਜ਼ਾ ਵੀ ਸੀ ਇਹ। ਤੇ ਮੈਨੂੰ ਇੱਕ ਮੌਕਾ ਮਿਲ ਗਿਆ, ਅਪਰਚੁਨਿਟੀ ਉਹਨਾਂ ਨੇ ਦੇ ਦਿੱਤੀ। ਤੇ ਮੈਂ ਅੱਗੇ ਦੀ ਅੱਗੇ ਜਿਹੜਾ ਵਧਦਾ ਗਿਆ ਤੇ ਅੱਜ ਟੌਪ ਜਿਹੜੀਆਂ ਦੁਆਬੇ ਦੀਆਂ ਜੀ 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 ਛਿੰਝਾਂ, ਮੇਰੇ ਖਿਆਲ 'ਚ ਉਹਨਾਂ ਦੇ ਮੈਨੂੰ ਬੁਲਾਉਂਦੇ ਨੇ, ਮੈਨੂੰ ਬੋਲਣ ਦਾ ਮੌਕਾ ਮਿਲਦਾ। ਇਹ ਸਮਝ ਲਓ ਮੇਰੀ ਖੁਸ਼ਕਿਸਮਤੀ ਹੈ। ਵਾਹ ਜੀ ਵਾਹ, ਕੀ ਬਾਤ ਹੈ। ਅੱਛਾ ਮੱਖਣ ਭਾਜੀ, ਇੱਥੇ ਆਪਾਂ ਦੋਨੋਂ ਹੀ ਬੈਠੇ ਆ ਸਟੂਡੀਓ ਦੇ ਵਿੱਚ, ਕੋਈ ਭਲਵਾਨ ਤਾਂ ਹੈ ਨਹੀਂ, ਹੈ ਨਾ ਜੀ। ਮੰਨ ਲਓ ਇੱਥੇ ਕੁਸ਼ਤੀ ਹੋ ਰਹੀ ਹੈ, ਛਿੰਝ ਮੇਲਾ ਹੋ ਰਿਹਾ ਤੇ ਤੁਹਾਡੇ ਹੱਥ ਵਿੱਚ ਮਾਈਕ ਹੈ। ਵਾਹ। ਤੇ ਤੁਸੀਂ ਕਮੈਂਟਰੀ, ਉਹ ਰੰਗ ਦੇਖਣਾ ਚਾਹੁੰਦਾ ਤੁਹਾਡਾ। ਬਿਲਕੁਲ, ਉਹ ਪੂਰਾ ਜੋਸ਼ ਹੁੰਦਾ ਜੀ, ਇੱਕ ਲੈਅ ਹੁੰਦੀ ਹੈ। ਸ਼ਬਦ ਜਿਹੜੇ ਤੁਸੀਂ ਨਾ ਵਾਰਤਕ ਤੇ ਵੀ ਬੋਲਦੇ ਹੋ, ਹਾਂਜੀ, ਉਹ ਵੀ ਇਸ ਤਰ੍ਹਾਂ ਲੱਗ ਰਿਹਾ ਹੁੰਦਾ, ਅਗਰ ਤੁਸੀਂ ਕਿਤੇ ਸੁਣ ਪਾਏ ਤੇ ਅਸੀਂ ਪੂਰੇ ਜਲਾਉ 'ਚ ਹੋਏ, ਪੂਰੇ ਜੋਬਨ ਤੇ ਹੋਏ ਸੁਣਿਓ। ਜਿਹੜੇ ਸਧਾਰਨ ਲਫ਼ਜ਼ ਵੀ ਬੋਲੇ ਜਾਂਦੇ ਨਾ, ਉਹ ਵੀ ਇਸ ਤਰ੍ਹਾਂ ਲੱਗਦਾ ਮੈਂ ਪੋਇਟਰੀ ਹੁੰਦੀ ਹੈ। ਮਾਪੇ ਜਨਮ ਦਿੰਦੇ, ਕਰਮ ਰੱਬ ਦਿੰਦਾ, ਉੱਤੋਂ ਗੁਰੂ ਦਾ ਤੀਜਾ ਸਥਾਨ ਬਣਦਾ, ਮਦਦ ਸਿੱਖਿਆ ਦੀ ਜਿਸ ਨੂੰ ਮਿਲ ਜਾਵੇ, ਸਿਆਣੇ ਆਖਦੇ ਬੰਦਾ ਇਨਸਾਨ ਬਣਦਾ। ਵੀ ਬਹੁਤ ਸਾਰੇ ਅਵਾਰਡਸ ਹੁੰਦੇ ਆ ਸੋਸਾਇਟੀ ਦੇ ਵਿੱਚ, ਬਹੁਤ ਸਾਰੀਆਂ ਸੰਸਥਾਵਾਂ ਸਨਮਾਨ ਦਿੰਦੀਆਂ ਗੀਤਕਾਰਾਂ ਨੂੰ, ਗਾਇਕਾਂ ਨੂੰ, ਪੋਇਟਸ ਨੂੰ, ਲਿਟਰੇਚਰ ਨਾਲ ਜੁੜੇ ਹੋਏ ਜਿਹੜੇ ਬੰਦੇ ਉਹਨਾਂ ਨੂੰ। ਸੋ ਕਿਤੇ ਨਾ ਕਿਤੇ ਐਂਕਰ ਨੂੰ, ਮੰਚ ਸੰਚਾਲਕ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ। ਮੈਂ ਨਹੀਂ ਕਦੀ ਦੇਖਿਆ ਕਿ ਮੰਚ ਸੰਚਾਲਕ ਨੋਮੀਨੇਟ ਹੋਇਆ ਹੋਵੇ ਜਾਂ ਮੰਚ ਸੰਚਾਲਕ ਨੂੰ ਮਿਥਿਆ ਹੋਇਆ ਅਵਾਰਡ ਦਿੱਤਾ ਗਿਆ ਹੋਵੇ। ਤੁਹਾਡਾ ਕੀ ਕਹਿਣਾ? ਚਲੋ ਸਵਾਲ ਵਿੱਚ ਹੀ ਆ ਗਿਆ ਤੇ ਵਿੱਚ ਹੀ ਮੇਰੀ ਉਹ ਗੱਲ ਜਿਹੜੀ ਮੇਰੇ ਦਿਲ 'ਚ ਸੀ ਉਹ ਕਹਿਣੀ ਚਾਹੁੰਦਾ ਸੀ ਮੈਂ, ਵਿੱਚ ਹੁਣ ਮੈਂ ਰੱਖ ਦੇਣੀ ਹੈ। ਹਾਂਜੀ ਹਾਂਜੀ। ਕਿ ਵਾਕਈ ਐਂਕਰ ਨੇ ਬੜੀ ਮਿਹਨਤ ਕੀਤੀ ਹੁੰਦੀ ਹੈ। ਹਾਂਜੀ। ਸਿੰਗਰ ਨੇ ਆਪਣੇ ਉਹੀ ਨਗਮੇ ਗਾਉਣੇ ਨੇ। ਹਾਂਜੀ। ਉਹਦੇ 10 12 14 ਗੀਤ ਹਿੱਟ ਹੁੰਦੇ ਆ, ਉਹਨੂੰ ਜ਼ੁਬਾਨੀ ਯਾਦ ਹੁੰਦੇ। ਜੀ ਜੀ ਜੀ। ਲੇਕਿਨ ਐਂਕਰ ਨੂੰ ਬਹੁਤ ਕੁਝ ਅਲੱਗ ਵੀ ਬੋਲਣਾ ਪੈਂਦਾ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ, ਸਮੇਂ ਤੇ ਹਾਲਾਤਾਂ ਨੂੰ ਸਮਝਦੇ ਹੋਏ, ਤੇ ਉਹਨਾਂ ਚੀਜ਼ਾਂ ਦੇ ਕਰਕੇ ਵੀ ਮਿਹਨਤ ਬਹੁਤ ਜ਼ਿਆਦਾ, ਲੇਕਿਨ ਉਹਨੂੰ ਉਹਦੇ ਇਵਜ਼ ਦੇ ਵਿੱਚ ਜਿਹੜਾ ਉਹਦਾ ਫਲ ਸੀ
ਉਹ ਨਹੀਂ ਮਿਲ ਪਾ ਰਿਹਾ। ਅੱਜ ਕੱਲ੍ਹ ਹਰ ਪਾਸੇ ਇੱਕ ਕਰੋਨਾ ਵਾਇਰਸ ਫੈਲਿਆ ਹੋਇਆ, ਜੀ। ਮਹਾਮਾਰੀ, ਔਰ ਇਹਦਾ ਅਸਰ ਹਰ ਤਬਕੇ ਦੇ ਉੱਪਰ ਪਿਆ, ਔਰ ਖਾਸ ਤੌਰ 'ਤੇ ਕਲਾਕਾਰ ਭਾਈਚਾਰੇ ਦੇ ਉੱਪਰ, ਜੀ। ਚਾਹੇ ਉਹ ਸਿੰਗਰ ਹੋਵੇ, ਮਿਊਜ਼ੀਸ਼ੀਅਨ ਹੋਵੇ, ਕੋਈ ਵੀ ਆਰਟਿਸਟ ਹੋਵੇ। ਸੋ ਤੁਸੀਂ ਵੀ ਇੱਕ ਆਰਟਿਸਟ ਹੋ, ਤੁਹਾਡੀ ਜ਼ਿੰਦਗੀ ਦੇ ਵਿੱਚ ਲਾਕਡਾਊਨ ਨੇ, ਕਰੋਨਾ ਵਾਇਰਸ ਨੇ ਕਿੰਨਾ ਅਸਰ ਪਾਇਆ? ਦੇਖੋ ਜੀ, ਪਹਿਲੀ ਵਾਰ ਤਾਂ ਸਾਨੂੰ ਆਪਣੇ ਪਰਿਵਾਰ 'ਚ ਬਹਿਣ ਦਾ ਮੌਕਾ ਮਿਲਿਆ। ਅੱਛਾ। ਜਿਹੜੀਆਂ ਤੁਹਾਡੀਆਂ ਬੀਵੀਆਂ, ਤੁਹਾਡੀਆਂ ਪਤਨੀਆਂ ਸਦਾ ਹੀ ਤੁਹਾਡੇ ਨਾਲ ਨਾਰਾਜ਼ ਰਹੀਆਂ ਕਿ ਘਰ ਨੂੰ ਟਾਈਮ ਨਹੀਂ ਇਸ ਬੰਦੇ ਨੇ ਦਿੱਤਾ, ਦੁਨੀਆ ਨੂੰ ਟਾਈਮ ਦਿੰਦਾ, ਚੱਲ ਇੱਧਰ ਪ੍ਰੋਗਰਾਮ ਤੇ, ਚੱਲ ਉੱਧਰ ਪ੍ਰੋਗਰਾਮ ਤੇ। ਹੁਣ ਸਵੇਰ ਉੱਠਦੇ ਕਹਿੰਦੇ ਅੱਜ ਕੋਈ ਪ੍ਰੋਗਰਾਮ ਨਹੀਂ, ਇੱਕੋ ਪ੍ਰੋਗਰਾਮ ਹੈ ਘਰੇ ਰਹਿਣਾ। ਤੇ ਕਿੰਨੇ ਕੰਮ ਜਿਹੜੇ ਘਰ ਦੇ ਫਸੇ ਸੀ, ਕੋਈ ਟੂਟੀ ਠੀਕ ਕਰਨ ਵਾਲੀ ਸੀ ਉਹ ਅਸੀਂ ਆਪ ਕੀਤੀ, ਕੋਈ ਸਵਿਚ ਖਰਾਬ ਸੀ ਉਹ ਆਪ ਕੀਤਾ, ਈਵਨ ਕਿ ਇੱਕ ਮੰਜਾ ਬੁਣਨ ਵਾਲਾ ਸੀ ਉਹ ਵੀ ਉਹਨਾਂ ਨੇ ਆਖਤਾ, ਮੈਂ ਕਿਹਾ ਮੈਨੂੰ ਨਹੀਂ ਆਉਂਦਾ। ਅੱਛਾ ਮੱਖਣ ਭਾਜੀ, ਇੱਕ ਆਰਟਿਸਟ ਦੇ ਲਈ ਨਾ ਉਹਦੀ ਫੈਮਿਲੀ, ਉਹਦਾ ਪਰਿਵਾਰ, ਉਹਦੀ ਤਾਕਤ ਵੀ ਹੁੰਦੀ ਹੈ ਤੇ ਕਮਜ਼ੋਰੀ ਵੀ ਹੁੰਦੀ ਹੈ। ਕਹਿਣ ਦਾ ਮਤਲਬ ਵੀ ਜਦੋਂ ਤੁਸੀਂ ਲਿਖਦੇ ਹੋ, ਪੜ੍ਹਦੇ ਹੋ, ਬੁੱਕਸ ਰੀਡ ਕਰਦੇ ਹੋ ਤੇ ਬੱਚੇ ਡਿਸਟਰਬ ਤਾਂ ਨਹੀਂ ਕਰਦੇ? ਯਾਨੀ ਕਿ ਘਰ ਦੇ ਵਿੱਚ ਐਂਕਰਿੰਗ ਵਾਲਾ ਮਾਹੌਲ ਬਣ ਜਾਂਦਾ, ਜਾਂ ਕਹਿੰਦੇ ਹੋ ਵੀ ਨਹੀਂ ਇਹ ਇਸ ਤਰ੍ਹਾਂ ਨਹੀਂ ਹੈ ਵਿਕਾਸ ਜੀ। ਅੱਛਾ। ਕਿਉਂਕਿ ਪਰਿਵਾਰ ਸਮਝਦਾ ਹੈ। ਮੈਨੂੰ ਕਈ ਵਾਰ ਇਹ ਸ਼ਿਕਾਇਤ ਮਿਲੀ ਹੈ ਆਪਣੇ ਐਂਕਰਸ ਵੱਲੋਂ ਵੀ। ਅੱਛਾ। ਤੇ ਜਿਹੜੇ ਸਾਡੇ ਮੈਜੀਸ਼ੀਅਨ ਉਹਨਾਂ ਵੱਲੋਂ ਵੀ ਘਰ ਦੇ ਪੁੱਛਦੇ ਨਹੀਂ। ਅੱਛਾ। ਘਰ ਦੇ ਤੁਹਾਡੀ ਗੱਲ ਨੂੰ ਇਗਨੋਰ ਕਰਦੇ ਆ, ਪਰ ਹੋਰ ਕਾਰਨ ਕੁਝ ਹੋ ਸਕਦੇ ਆ, ਪਰ ਤੁਹਾਡੇ ਕੰਮ ਪ੍ਰਤੀ ਤੁਹਾਡੇ ਘਰ ਦੇ ਤੁਹਾਨੂੰ ਨਾਰਾਜ਼ ਨਹੀਂ ਹੋਣੇ ਚਾਹੀਦੇ। ਤੇ ਨਹੀਂ, ਮੇਰੇ ਖਿਆਲ 'ਚ ਮੇਰੇ ਤਾਂ ਨਹੀਂ ਹੈ। ਅੱਛਾ। ਮੇਰੇ ਕੰਮ ਤੋਂ ਮੈਂ ਖੁਦ ਵੀ ਸੈਟੀਸਫਾਈ ਹਾਂ ਔਰ ਮੇਰੇ ਘਰ ਦੇ ਵੀ ਸੈਟੀਸਫਾਈ ਨੇ। ਕਿਆ ਬਾਤ ਹੈ ਜੀ। ਅੱਛਾ ਮੱਖਣ ਭਾਜੀ, ਹਰ ਆਰਟਿਸਟ ਦੀ ਲਾਈਫ ਦੇ ਵਿੱਚ ਨਾ ਜਦੋਂ ਉਹ ਕਮਰਸ਼ੀਅਲੀ ਸਟੇਜ ਸ਼ੋਜ਼ ਕਰਦਾ, ਕਿਉਂਕਿ ਸੋਰਸ ਆਫ ਇਨਕਮ ਤਾਂ ਸਟੇਜ ਸ਼ੋਜ਼ ਹੀ ਹੁੰਦੇ ਆ, ਤੇ ਸਟੇਜ ਸ਼ੋਜ਼ ਦੇ ਵਾਸਤੇ ਉਹਨੂੰ ਘਰੋਂ ਬਾਹਰ ਜਾਣਾ ਪੈਂਦਾ ਡਿਫਰੈਂਟ ਜਗ੍ਹਾ ਦੇ ਉੱਪਰ। ਤੇ ਹਰ ਸਟੇਜ ਸ਼ੋਅ ਦਾ ਇੱਕ ਅਲੱਗ ਤਜਰਬਾ ਹੁੰਦਾ, ਅਲੱਗ ਐਕਸਪੀਰੀਅੰਸ ਹੁੰਦਾ। ਬਹੁਤ ਸਾਰੇ ਸਟੇਜ ਸ਼ੋਅ ਹੁੰਦੇ ਆ ਜਿਹੜੇ ਉਹਨੂੰ ਹਮੇਸ਼ਾ ਯਾਦ ਰਹਿੰਦੇ ਆ, ਤੇ ਬਹੁਤ ਸਾਰੇ ਸਟੇਜ ਸ਼ੋਅ ਹੁੰਦੇ ਆ ਜਿਹੜੇ ਕਦੀ ਯਾਦ ਨਹੀਂ ਰਹਿੰਦੇ, ਵੀ ਮੈਂ ਯਾਦ ਕਰਨਾ ਹੀ ਨਹੀਂ ਚਾਹੁੰਦਾ। ਸੋ ਤੁਹਾਡੀ ਲਾਈਫ ਦੇ ਵਿੱਚ ਕੋਈ ਇੱਦਾਂ ਦਾ ਸਟੇਜ ਸ਼ੋਅ? ਹਾਂਜੀ ਵਿਕਾਸ ਜੀ, ਕਈ ਵਾਰ ਤੇ ਹਾਸਾ ਵੀ ਆਉਂਦਾ। ਅੱਛਾ। ਕਈ ਸਟੇਜਸ ਇੱਦਾਂ ਦੀਆਂ ਉਹ ਚਾਹੁੰਦੇ ਆ ਵੀ ਭੁੱਲ ਜਾਈਏ ਪਰ ਨਹੀਂ ਭੁੱਲਦੀ। ਅੱਛਾ। ਇੱਕ ਵਾਰ ਲੁਧਿਆਣੇ ਦੇ ਨੇੜੇ ਇੱਕ ਪਿੰਡ ਦੇ ਵਿੱਚ ਪ੍ਰੋਗਰਾਮ, ਮੈਂ ਕਿਉਂਕਿ ਅਮਰਿੰਦਰ ਗਿੱਲ ਜੀ ਨਾਲ ਮੈਂ ਬਹੁਤ ਲੰਬਾ ਸਮਾਂ ਕੰਮ ਕੀਤਾ। ਜੀ 15-16 ਤੱਕ, 2003 ਤੋਂ ਲੈ ਕੇ। ਅੱਛਾ। ਤੇ ਉਹਨਾਂ ਨਾਲ ਤੇ ਕਈ ਭੁੱਲ ਯਾਦਾਂ ਜੁੜੀਆਂ ਹੋਈਆਂ। ਅੱਛਾ ਜੀ। ਇੱਕ ਵਾਰ ਉਹ ਤੇ ਨਿਕਲ ਗਿਆ, ਸਟੇਜ ਪ੍ਰੋਗਰਾਮ ਲੱਗਾ, ਲੇਕਿਨ ਉਹਨਾਂ ਨੇ ਸਾਨੂੰ ਸਾਰਿਆਂ ਨੂੰ, ਸਾਜੀਆਂ ਨੂੰ, ਮੇਰੇ ਨਾਲ ਸਜਿੰਦੇ, ਅੱਛਾ, ਗੱਡੀ ਰੋਕ ਲਈ ਤੇ ਬੰਦੂਕਾਂ ਲੈ ਕੇ ਖੜੇ ਹੋ ਗਏ। ਪਾਰਟੀ ਉਹਦੇ ਲਿਆਓ ਆਪਣਾ ਕਲਾਕਾਰ। ਅੱਛਾ। ਇਹ ਬੜਾ ਔਖਾ ਟਾਈਮ ਸੀ। ਹੁਣ ਕਲਾਕਾਰ ਤੋਂ ਬਾਅਦ ਸੈਕਿੰਡ ਜਿਹੜਾ ਐਂਕਰ ਹੀ ਹੁੰਦਾ, ਉਹ ਕਹਿੰਦੇ ਇਹਨੂੰ ਬੰਨੋ, ਕਿਉਂਕਿ ਤੁਹਾਡਾ ਚਿਹਰਾ ਦੇਖਿਆ, ਕਿਉਂਕਿ ਇਹਨੂੰ ਬੰਨ ਲਿਆ ਤੇ ਕਲਾਕਾਰ ਆਪਣੇ ਆਪ ਆ ਜਾਣਾ, ਕਿਉਂਕਿ ਚਿਹਰਾ ਇੱਕੋ ਹੀ ਯਾਦ ਹੁੰਦਾ। ਪਿੱਛੇ ਕਿਸੇ ਸਾਜੀ ਦਾ ਉਹਨਾਂ ਨੂੰ ਚਿਹਰਾ ਯਾਦ ਨਹੀਂ ਹੁੰਦਾ ਵੀ ਕੌਣ ਢੋਲਕ ਪਲੇ ਕਰਦਾ ਸੀ, ਕੌਣ ਗਿਟਾਰ ਵਜਾਉਂਦਾ ਸੀ, ਕੌਣ ਕੀਬੋਰਡ, ਕਿਸੇ ਨੂੰ ਨਹੀਂ ਪਤਾ ਹੁੰਦਾ। ਇੱਕ ਬੰਦੇ ਦਾ ਪਤਾ ਹੁੰਦਾ ਜਿਹੜਾ ਪਹਿਲਾਂ ਆਇਆ ਹੁੰਦਾ ਤੇ ਵਿਚਕਾਰ ਬੋਲਦਾ ਹੁੰਦਾ ਤੇ ਉਹਨਾਂ ਦੇ ਨਾਂ ਲੈਂਦਾ ਹੁੰਦਾ। ਉਹਨੇ ਮੈਨੂੰ ਫੜ ਲਿਆ। ਅੱਛਾ। ਫੜ ਕੇ ਤੇ ਬੜਾ ਡਰਾਇਆ ਤੇ ਮੈਂ ਡਰਿਆ ਵੀ ਬਹੁਤ। ਉਸ ਟਾਈਮ ਜਿਹੜਾ ਵੀ ਦੇਵੀ ਦੇਵਤਾ, ਕਿਹੜਾ ਗੁਰੂ ਸੰਤ ਜਿਹਨੂੰ ਨਹੀਂ ਤੇ ਆਇਆ ਵੀ ਰੱਬਾ, ਉਹ ਗੋਲੀਆਂ ਪਹਿਲਾਂ ਚਲਾਉਂਦੇ ਵੀ ਬੜੀਆਂ ਸੀ ਤੇ ਬਾਅਦ ਦੇ ਵਿੱਚ ਵੀ ਉਹਨਾਂ ਨੇ ਤਾਣ ਵੀ ਲਈਆਂ ਸੀ। ਅੱਛਾ। ਤੇ ਫਿਰ ਚਲੋ, ਫਿਰ ਭਾਜੀ ਨਾਲ ਗੱਲ ਕੀਤੀ ਮੈਂ, ਤੇ ਮੈਂ ਕਿਹਾ ਵੀ ਗੱਲ ਆਇਆ ਹੋ ਗਈ ਆ, ਹੁਣ ਕਿਸ ਤਰ੍ਹਾਂ ਹੋਊ। ਤੇ ਉਹ ਫਿਰ ਵਾਪਸ ਆਏ, ਉਹ ਵਾਪਸ ਆਏ ਤੇ ਚੁੱਪ ਕਰਕੇ ਖੜੇ ਹੋ ਗਏ। ਅੱਛਾ। ਮੈਂ ਕਿਹਾ ਜੀ ਹੁਣ ਕਰੋ ਗੱਲ, ਆ ਗਏ ਨੇ ਭਾਜੀ। ਉਹ ਕਹਿੰਦੇ ਕਹਿਣਾ ਕੁਣਾ ਤਾਂ ਕੁਛ ਨਹੀਂ, ਬਸ ਫੋਟੋਆਂ ਕਰਵਾਉਣੀਆਂ ਸੀ। ਬਾਈ ਚਾਂਸ ਕੋਈ ਮਾੜਾ ਤਜਰਬਾ ਹੋ ਜਾਵੇ ਤੇ ਬੰਦਾ ਉਹ ਪ੍ਰੋਫੈਸ਼ਨ ਨੂੰ ਛੱਡਣ ਨੂੰ ਫਿਰਦਾ, ਹਨਾ ਜੀ? ਹੋਇਆ ਉਸ ਤੋਂ ਬਾਅਦ ਹੋਇਆ ਉਹਨਾਂ ਤੁਹਾਡਾ? ਮੈਂ ਛੱਡ ਹੀ ਚੁੱਕਾ ਸੀ ਇੱਕ ਵਾਰ। ਅੱਛਾ। ਇਹ ਤੁਸੀਂ ਹੁਣ ਫਿਰ ਬੜਾ ਗੰਭੀਰ ਕੁਐਸਚਨ। ਇੱਕ ਸਟੇਜ ਤੇ ਇੱਕ ਤੇ ਪੁਲਿਸ ਵਾਲੇ ਵੀ ਆਪਣੇ ਭਰਾ ਹੀ ਨੇ। ਅੱਛਾ ਜੀ। ਪਰ ਕਈ ਬੜੇ ਖਤਰਨਾਕ ਹੁੰਦੇ ਆ। ਅੱਛਾ। ਇੱਕ ਪੁਲਿਸ ਵਾਲੇ ਨੇ ਚਲਦੀ ਸਟੇਜ ਤੋਂ ਮੈਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਕਿਹੜੇ ਸਾਲ ਦੀ ਗੱਲ ਹੈ ਜੀ? ਇਹ 13-14 ਦੇ ਆਸ-ਪਾਸ ਦੀ ਗੱਲ ਹੈ। ਠੀਕ ਹੈ। ਮੈਂ ਦਿਲ ਤੇ ਲੈ ਲਈ ਗੱਲ। ਮੈਂ ਕਿਹਾ ਵੀ ਅੱਜ ਤੋਂ ਬਾਅਦ ਸਟੇਜ ਤੇ ਨਹੀਂ ਜਾਣਾ, ਕਿਉਂਕਿ ਮੈਂ ਜਦੋਂ ਨੀਚੇ ਗਿਰਿਆ, ਹੁਣ ਇੱਕੋ ਹੀ ਬੰਦਾ ਗਿਰਿਆ, ਬਾਕੀ ਸਾਰੇ ਸਟੇਜ ਤੇ ਖੜੇ। ਤੇ ਇੱਕ ਗੱਲ ਵਧੀਆ ਹੋਈ ਕਿ ਅਮਰਿੰਦਰ ਭਾਜੀ ਨੇ ਪ੍ਰੋਗਰਾਮ ਨੂੰ ਉੱਥੇ ਹੀ ਰੋਕ ਦਿੱਤਾ। ਅੱਛਾ। ਤੇ ਮੁੰਡੇ ਨੂੰ ਸ਼ਗਨ ਪੈ ਰਿਹਾ ਸੀ, ਉਹ ਸ਼ਗਨ ਵਾਲਿਆ ਸਾਰਾ ਛੱਡ ਕੇ ਆਪਣਾ ਸਮਾਨ, ਪੈਸਾ ਧੇਲਾ, ਤੇ ਫਟਾਫਟ ਸਟੇਜ ਤੇ ਆ ਗਿਆ। ਅੱਛਾ। ਵੀ ਇਹ ਕੀ ਹੋ ਗਿਆ, ਕਿਉਂਕਿ ਗਿੱਲ ਸਾਹਿਬ ਉਹਨਾਂ ਦੇ ਮਿੱਤਰ ਸੀ।
ਉਹ ਵੀ ਸਟੈਂਡ ਲੈ ਗਿਆ ਇਸ ਗੱਲ ਤੇ। ਅੱਛਾ। ਲੇਕਿਨ ਮੈਂ ਕਿਹਾ ਯਾਰ ਗਲਤ ਹੋ ਗਿਆ। ਮੈਂ ਬੜਾ ਬੁਰੀ ਤਰ੍ਹਾਂ ਆਪਣੀ ਬੇਸ ਦੇ ਉੱਤੇ ਡਿੱਗਿਆ। ਅੱਛਾ। ਤੇ ਮੇਰੇ ਸੱਟ ਵੀ ਲੱਗੀ। ਓਕੇ। ਤੇ ਮੈਂ ਫਿਰ ਭਾਜੀ ਨੂੰ ਉਸ ਦਿਨ ਕਹਿ ਦਿੱਤਾ, ਮੈਂ ਕਿਹਾ ਵੀ ਨਹੀਂ ਹੁਣ ਮੈਂ ਕੰਮ ਨਹੀਂ ਕਰਨਾ, ਮੇਰੀ ਬੇਇੱਜ਼ਤੀ ਬਹੁਤ ਹੋ ਗਈ। ਭਾਜੀ ਨੇ ਆਖਿਆ ਨਹੀਂ, ਇੱਕ ਜਗ੍ਹਾ ਮੈਂ ਜਾ ਰਿਹਾ ਸੀ ਸਕੂਟਰ ਤੇ, ਮੈਨੂੰ ਅੱਜ ਵੀ ਯਾਦ ਹੈ। ਔਰ ਮੇਰੇ ਲਈ ਇੰਸਪਾਇਰੇਸ਼ਨ ਨਹੀਂ ਹੁੰਦੀ ਜੀ ਕਿਸੇ ਚੀਜ਼ ਤੋਂ ਤੁਸੀਂ ਪ੍ਰਭਾਵਿਤ ਹੁੰਨੇ ਵੀ ਲਓ, ਵੀ ਉਹਨਾਂ ਨੇ ਚੰਗਾ ਮੈਸੇਜ ਦਿੱਤਾ ਤੁਹਾਨੂੰ। ਭਾਜੀ ਮੇਰੇ ਨਾਲ 2 ਘੰਟੇ ਫੋਨ ਤੇ ਗੱਲ ਕਰਦੇ ਰਹੇ। ਅੱਛਾ। ਮੈਨੂੰ ਫਿਰ ਤੋਂ ਤਿਆਰ ਕਰ ਰਹੇ ਸੀ ਵੀ ਨਹੀਂ ਆਪਾਂ ਜਾਣਾ। ਮੈਂ ਕਿਹਾ ਨਹੀਂ ਭਾਜੀ ਹੁਣ ਮੈਂ ਛੱਡ ਦੇਣਾ ਕੰਮ। ਤੇ ਉਹਨਾਂ ਆਖਿਆ, ਕਹਿੰਦੇ ਵੀ ਇੱਕ ਵਾਰ ਇੱਕ ਪੁਲਿਸ ਵਾਲੇ ਨੇ ਨਾ, ਮੈਂ ਜਾ ਰਿਹਾ ਸੀ ਮੇਰੇ ਨਾਲ ਹੈਲਮਟ ਨਾ ਕੁਛ ਹੋਰ, ਤੇ ਉਹਨਾਂ ਨੇ ਮੈਨੂੰ ਘੇਰ ਲਿਆ। ਤੇ ਮੈਨੂੰ ਕਹਿੰਦੇ ਹਾਂ ਬਈ ਕਾਗਜ਼ ਦਿਖਾ, ਹੈਲਮਟ ਕਿੱਥੇ? ਕਹਿੰਦੇ, ਮੈਂ ਕਿਹਾ ਹੈ ਨਹੀਂ। ਤੇ ਉਹਨੇ ਕਹਿੰਦੇ ਮੇਰੇ ਵੱਟ ਕੇ ਚਪੇੜ ਮਾਰੀ। ਅੱਛਾ। ਤੇ ਮੇਰੇ ਕੰਨ ਸਾਂ ਸਾਂ ਕਰਨ ਲੱਗ ਪਏ। ਤੇ ਉਹੀ ਜਗ੍ਹਾ ਆ, ਉਹੀ ਚੌਂਕ ਹੈ। ਅੱਜ ਵੀ ਉਹ ਪੁਲਿਸ ਵਾਲਾ ਸਿਆਣਾ ਹੋਇਆ ਉੱਥੇ ਖੜਾ ਹੁੰਦਾ ਤੇ ਮੈਂ ਗੱਡੀ ਜਾਣਾ ਤੇ ਮੈਨੂੰ ਸਲੂਟ ਮਾਰਦਾ ਹੁੰਦਾ। ਸੋ ਸਮੇਂ ਦਾ ਇੰਤਜ਼ਾਰ ਕੀਤਾ ਜਾਵੇ। ਜੀ ਜੀ ਜੀ। ਕਿਸੇ ਚੀਜ਼ ਤੋਂ ਡਰ ਕੇ ਭੈਭੀਤ ਹੋ ਕੇ ਛੱਡੋ ਨਾ। ਇੱਕ ਦੌਰ ਇਦਾਂ ਦਾ ਹੋ ਕਿ ਉਹੀ ਲੋਕੀ ਸਮਝਣਗੇ ਕਿ ਉਹਨਾਂ ਦੀ ਗਲਤੀ ਸੀ। ਜਗਤ ਪੰਜਾਬੀ ਟੀਵੀ ਦੇਖਦੇ ਹੋਏ ਸਾਰੇ ਦੋਸਤਾਂ ਨੂੰ ਮੈਂ ਦੱਸਣਾ ਚਾਹਾਂਗਾ ਵੀ ਅੱਜ ਨਿੱਘੀ ਮੁਲਾਕਾਤ ਦੇ ਵਿੱਚ ਮੁਲਾਕਾਤ ਹੋ ਰਹੀ ਹੈ ਜੀ ਮੰਚ ਸੰਚਾਲਨ ਦੀ ਦੁਨੀਆ ਦੇ ਬਿਤਾਜ ਬਾਦਸ਼ਾਹ, ਸ਼ੇਰਪੁਰ ਦੇ ਸ਼ੇਰ ਮੱਖਣ ਸ਼ੇਰਪੁਰੀ ਜੀ ਦੇ ਨਾਲ। ਬੁੱਕਸ ਦੇ ਨਾਲ ਇਹਨਾਂ ਦਾ ਬਹੁਤ ਲਗਾਵ ਹੈਗਾ। ਇਹਨਾਂ ਨੇ ਸ਼ੁਰੂਆਤ ਦੇ ਵਿੱਚ ਦੱਸਿਆ ਵੀ ਮੇਰੇ ਘਰ ਦੇ ਵਿੱਚ ਇੰਨੀਆਂ ਕੌਲੀਆਂ ਨਹੀਂ ਹੈਗੀਆਂ ਜਿੰਨੀਆਂ ਕਿਤਾਬਾਂ ਹੈਗੀਆਂ। ਸੋ ਇਹ ਦੂਜਿਆਂ ਦੇ ਲਈ ਬਹੁਤ ਵੱਡਾ ਤੋਹਫਾ ਹੋਏਗਾ ਜਦੋਂ ਇਹਨਾਂ ਵੱਲੋਂ ਦਿੱਤਾ ਹੋਇਆ ਕੋਈ ਐਸਾ ਗਿਫਟ ਆਪਣੀ ਆਡੀਅנס ਦੇ ਲਈ, ਕਿਉਂਕਿ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਕਾਬਿਲੇ ਤਾਰੀਫ ਹੈ, ਕਿਉਂਕਿ ਉਹ ਬਹੁਤ ਕੰਮ ਆਉਣਗੀਆਂ। ਕਿਉਂਕਿ ਜਿਹੜੇ ਜੂਨੀਅਰਸ ਔਰ ਸੁਣ ਰਹੇ ਨੇ ਤੁਹਾਨੂੰ ਇਹ ਇੰਟਰਵਿਊ ਦੇਖਦੇ ਪਏ ਨੇ, ਸੋ ਇੱਦਾਂ ਦਾ ਕੋਈ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋ ਆਪਣੀ ਆਡੀਅנס ਨੂੰ, ਆਪਣੇ ਫੈਨਸ ਨੂੰ, ਔਰ ਸਪੈਸ਼ਲੀ ਉਹਨਾਂ ਨੌਜਵਾਨਾਂ ਨੂੰ ਜਿਹੜੇ ਇਸ ਇੰਡਸਟਰੀ ਦੇ ਵਿੱਚ ਕਦਮ ਰੱਖ ਰਹੇ ਆ, ਪੈਰ ਰੱਖ ਰਹੇ ਆ। ਕਾਫੀ ਦੇਰ ਤੋਂ ਮੈਂ ਸੋਚ ਰਿਹਾ ਸੀ ਇਹ ਗੱਲ। ਅੱਛਾ ਜੀ। ਕਿ ਅਸੀਂ ਤੇ ਬੋਲਦੇ ਹਾਂ ਸੁਣ ਕੇ ਆਪਣੇ ਸੀਨੀਅਰਸ ਉਹਨਾਂ ਨੂੰ ਗੁਰੂ ਦੇ ਸਮਾਨ ਸਮਝ ਕੇ ਉਹਨਾਂ ਤੋਂ ਸਿੱਖਦੇ ਰਹੇ। ਮੈਂ ਸੋਚ ਰਿਹਾ ਜਿਵੇਂ ਅੱਜ ਕੱਲ੍ਹ ਦਾ ਜਿਹੜਾ ਦੌਰ ਹੈ ਇਹ ਬਹੁਤਾ ਨਾ ਤਾਂ ਕੋਈ ਲਿਟਰੇਚਰ ਨੂੰ ਪੜ੍ਹਨਾ ਚਾਹੁੰਦਾ, ਤੇ ਉੱਥੇ ਇੱਕ ਮੇਰਾ ਜਜ਼ਬਾ ਸੀ ਇਹ। ਅੱਛਾ ਜੀ। ਕਿ ਇੱਕ ਬੁੱਕ ਲਿਖੀ ਜਾਵੇ, ਹਾਲਾਂਕਿ ਉਹਨੂੰ ਸੋਸ਼ਲ ਮੀਡੀਆ ਤੇ ਵੀ ਪਾਵਾਂਗੇ। ਇੱਕ ਕਿਤਾਬ ਜਿਹੜੀ ਆ ਉਹਦਾ ਸਬੱਬ ਹੀ ਨਹੀਂ ਸੀ ਬਣ ਰਿਹਾ। ਅੱਛਾ। ਪਹਿਲਾਂ ਮੈਂ ਸੋਚਿਆ ਕਿ ਬਾਹਰ ਜਾ ਰਿਹਾ, ਜਦੋਂ ਯੂਰਪ ਟੂਰ ਤੇ ਮੈਂ ਗਿਆ, ਮੈਂ ਸੋਚਿਆ ਵੀ ਉੱਥੇ ਮੇਰੇ ਕੋਲ 25-30 ਦਿਨ ਹੈਗੇ ਆ, ਵੀ ਘੱਟੋ ਘੱਟ ਰਾਤਾਂ ਨੂੰ 2-4 ਘੰਟੇ ਟਾਈਮ ਕੱਢ ਕੇ ਮੈਂ ਕਿਤਾਬ ਲਿਖਣੀ ਹੈ। ਮੈਂ ਆਪਣੀ ਮਿਸਿਸ ਨੂੰ ਕਹਿ ਗਿਆ ਮੈਂ ਕਿਤਾਬ ਵੱਲ ਮੇਰਾ ਧਿਆਨ ਆ, ਮੈਂ ਲਿਖਣੀ। ਅੱਛਾ। ਤੇ ਉਹ ਨਹੀਂ ਬਣਿਆ। ਉੱਥੇ ਮਿੱਤਰਾਂ ਨੇ ਇੱਕ ਮਿੰਟ ਨਹੀਂ ਛੱਡਿਆ ਤੁਹਾਡਾ ਲਿਖਣ ਦਾ। ਤੇ ਖੈਰ ਫਿਰ ਕੀ ਹੋਇਆ ਕਿ ਮੈਂ ਲਾਕਡਾਊਨ ਦੇ ਵਿੱਚ ਇੱਕ ਕੁਦਰਤੀ ਸਬੱਬ ਬਣਿਆ। ਅੱਛਾ। ਖੁੱਲਾ ਟਾਈਮ ਸੀ। ਫਿਰ ਉਹੀ ਪੈਨਸਲ ਕਾਪੀ ਚੁੱਕੀ ਤੇ ਫਿਰ ਮੈਂ ਆਪਣੇ ਜੋ ਵੀ ਤਜਰਬੇ ਸੀ ਉਹ ਸਾਰੇ ਮੈਂ ਇੱਕ ਕਿਤਾਬ ਦੇ ਰੂਪ ਦੇ ਵਿੱਚ ਉਹਨੂੰ ਬਣਾ ਰਿਹਾ। ਔਰ ਇੱਕ ਬਹੁਤ ਵੱਡਾ ਮੇਰੇ ਵੱਲੋਂ ਚਾਹੇ ਉਹਨੂੰ ਮੈਸੇਜ ਸਮਝ ਲਓ, ਚਾਹੇ ਇੱਕ ਤੋਹਫਾ ਸਮਝ ਲਓ। ਅੱਛਾ। ਤੇ ਮੈਂ ਇਹਨੂੰ ਇਹ ਤਾਂ ਨਹੀਂ ਕਹਿ ਸਕਦਾ ਕਿ ਬਹੁਤ ਵੱਡਾ ਤੁਹਾਨੂੰ ਗਿਆਨ ਮਿਲਣਾ। ਮੈਨੂੰ ਇਹ ਕਿ ਮੇਰਾ ਜੋ ਐਕਸਪੀਰੀਅੰਸ ਆਫ ਲਾਈਫ ਹੈ ਉਹਦੇ ਵਿੱਚੋਂ ਕੁਛ ਇੱਕ ਤੁਹਾਨੂੰ ਜ਼ਰੂਰ ਮਿਲੇਗਾ। ਜਿਹੜੇ ਆਉਣ ਵਾਲੀ ਨਵੀਂ ਜਨਰੇਸ਼ਨ, ਨਵੇਂ ਐਂਕਰ ਹੈ, ਮੈਂ ਸਾਰਾ ਜਿਹੜਾ ਮੇਰਾ ਧਿਆਨ ਹੈ ਇਸੇ ਬੁੱਕ ਤੇ ਹੈ, ਕਿਤਾਬ ਤੇ ਹੈ, ਕਿ ਇਹਨੂੰ ਮੈਂ ਵਧੀਆ ਢੰਗ ਨਾਲ ਤੁਹਾਡੀਆਂ ਸ਼ੁਭ ਦੁਆਵਾਂ ਦਾ ਸਦਕਾ ਕਿ ਮੈਂ ਬਹੁਤ ਜਲਦ ਇੱਕ ਐਂਕਰਿੰਗ ਦੇ ਬਾਰੇ 'ਚ ਉਮੀਦ ਹੈ ਕਿ 2 ਭਾਸ਼ਾਵਾਂ ਵਿੱਚ ਹੋਏਗੀ, ਪੰਜਾਬੀ ਤੇ ਇੰਗਲਿਸ਼ ਦੇ ਵਿੱਚ। ਅੱਛਾ ਜੀ, ਠੀਕ। ਇਹ ਵੀ ਗੱਲ ਤੈਅ ਹੋ ਚੁੱਕੀ ਹੈ ਕਿ ਉਹਦਾ ਤਰਜਮਾ ਕਰਨਾ, ਇੰਗਲਿਸ਼ ਦੇ ਵਿੱਚ ਉਹਦਾ ਨਾਂ ਐਂਕਰਿੰਗ ਹੋਵੇਗਾ ਤੇ ਪੰਜਾਬੀ ਦੇ ਵਿੱਚ ਮੰਚ ਸੰਚਾਲਨਾ। ਕਿੰਨੇ ਪੇਜ ਹੋਣਗੇ ਜੀ ਟੋਟਲ? ਲਗਭਗ 100 ਦੇ ਕਰੀਬ ਪੇਜ ਹੋਣੇ ਆ। ਅੱਛਾ ਜੀ, ਠੀਕ ਹੈ। ਤੇ ਕੁਝ ਇੱਕ ਪ੍ਰੋਗਰਾਮਾਂ ਦੇ ਬਾਰੇ 'ਚ ਗੱਲਾਂ ਉਹਦੇ ਵਿੱਚ ਦੱਸੀਆਂ ਜਾਣਗੀਆਂ। ਬਾਕੀ ਵਟ ਇਜ਼ ਐਂਕਰਿੰਗ ਇਹਦੇ ਬਾਰੇ 'ਚ ਜੋ ਮੈਂ ਜਿੰਨਾ ਕੁ ਮੇਰਾ ਸੋਚ ਦਾ ਦਾਇਰਾ ਜੀ ਸੰਖੇਪ ਸ਼ਬਦਾਂ ਵਿੱਚ ਮੈਂ ਉਹਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਤੇ ਐਂਕਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ, ਕਿਤੇ ਕਿਤੇ ਤੁਹਾਨੂੰ ਕਿਸ ਤਰ੍ਹਾਂ ਹਾਲਾਤਾਂ ਤੋਂ ਬਚਣਾ ਪੈਂਦਾ, ਕਿਵੇਂ ਡੀਜੇ ਦੇ ਪ੍ਰੋਗਰਾਮ ਤੋਂ ਬਾਅਦ ਆਪਣੀ ਜਾਨ ਨੂੰ ਬਚਾ ਕੇ ਕਿਵੇਂ ਭੱਜਣ ਦੇ ਕਿਵੇਂ ਮੌਕੇ ਮਿਲੇ। ਤੇ ਅਗਰ ਤੁਹਾਨੂੰ ਕੋਈ ਕਮੈਂਟ ਵੀ ਕਰਦਾ ਉਹਦੀ ਗੱਲ ਨੂੰ ਅਣਗੌਲਿਆਂ ਕਰਕੇ ਜਾਂ ਉਹਨੂੰ ਹਾਸੇ 'ਚ ਪਾ ਕੇ, ਅਗਰ ਕੋਈ ਸ਼ਰਾਬੀ ਵੀ ਮੂਹਰੋਂ ਆ ਗਿਆ ਤੇ ਉਹਦੀ ਗੱਲ ਨੂੰ ਵੀ ਇੱਕ ਸਭ ਤੋਂ ਵੱਡੀ ਗੱਲ ਵੀ ਸਹਿਣਸ਼ੀਲਤਾ ਜਿਹੜੀ ਹੈ ਐਂਕਰ ਵਿੱਚ ਕਿੰਨੀ ਕੁ ਹੋਣੀ ਚਾਹੀਦੀ ਹੈ। ਇੱਕ ਪੂਰੇ ਦਾ ਪੂਰਾ ਮੇਰੇ 2 ਪੇਜ
ਸਹਿਣਸ਼ੀਲਤਾ ਤੇ ਵੀ ਲਿਖਿਆ ਮੈਂ ਵੀ ਬਹੁਤ ਜ਼ਿਆਦਾ ਸਹਿਣਸ਼ੀਲਤਾ ਹੋਣੀ ਚਾਹੀਦੀ, ਫਿਰ ਐਂਕਰ ਬਣਿਓ। ਅਗਰ ਥੋੜਾ ਜਿਹਾ ਵੀ ਖੂਨ ਗਰਮ ਹੈ ਤੇ ਬੇਸ਼ੱਕ ਨਾ ਬਣਿਓ। ਅੱਛਾ ਮੱਖਣ ਜੀ, ਤੁਸੀਂ ਸਹਿਣਸ਼ੀਲਤਾ ਦੀ ਗੱਲ ਕੀਤੀ, ਪਰ ਮੇਰੇ ਵੱਲੋਂ ਇੱਕ ਸੁਝਾਅ ਵੀ ਹੈਗਾ ਤੁਹਾਨੂੰ, ਕਿਉਂਕਿ ਸਹਿਣਸ਼ੀਲਤਾ ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਹੈਗੀ ਹੈ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਲੀਡਰ ਵੀ ਬਣ ਸਕਦੇ ਹੋ। ਰਾਜਨੀਤੀ ਵਾਲੇ ਪਾਸੇ ਜਾਣ ਦਾ ਤਾਂ ਕੋਈ ਵਿਚਾਰ ਨਹੀਂ। ਅੱਛਾ। ਪਰ ਬਹੁਤ ਸਾਰੇ ਆਰਟਿਸਟ, ਬਹੁਤ ਸਾਰੇ ਕਲਾਕਾਰ ਸਾਡੇ ਤੋਂ ਪਹਿਲਾਂ MP MLA ਔਰ ਬਹੁਤ ਵੱਡੀਆਂ ਉਹਨਾਂ ਨੂੰ ਜਿਹੜੀਆਂ ਉਪਲਬਧੀਆਂ ਉਹਨੇ ਹਾਸਲ ਕੀਤੀਆਂ, ਉਪਾਧੀਆਂ ਵੀ ਮਿਲੀਆਂ ਉਹਨਾਂ ਨੂੰ, ਤੇ ਉਹਨਾਂ ਵੱਲ ਵੀ ਵੇਖਦੇ ਆ। ਪਰ ਲੇਕਿਨ ਆਪਣੇ ਦਿਮਾਗ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈ, ਤੇ ਸਾਡੀ ਸਹਿਣਸ਼ੀਲਤਾ ਤੇ ਉਹਨਾਂ ਦੀ ਸਹਿਣਸ਼ੀਲਤਾ ਦਾ ਬਹੁਤ ਫਰਕ ਹੈ। ਉਹ ਅਦਲੇ ਦਾ ਬਦਲਾ ਹੁੰਦੀ ਹੈ, ਲੇਕਿਨ ਆਪਾਂ ਤੇ ਬਦਲਾ ਵੀ ਨਹੀਂ ਲੈ ਸਕਦੇ, ਆਪਾਂ ਤਾਂ ਮਜਬੂਰ ਹੁੰਨੇ ਆ। ਜੀ ਜੀ ਜੀ, ਕੁਝ ਨਹੀਂ ਕਰ ਸਕਦੇ। ਤੁਹਾਡੀ ਜਿਹੜੀ ਕਿਤਾਬ ਆ ਰਹੀ ਹੈ ਇਹ ਉਹ ਪਬਲਿਸ਼ ਇਸੇ ਸਾਲ ਹੋ ਜਾਏਗੀ ਜਾਂ ਅਗਲੇ ਸਾਲ? ਇਸ ਸਾਲ ਉਮੀਦ ਹੈ ਕਿ 2020 ਦੇ ਵਿੱਚ ਹੀ ਆਪਾਂ ਇਹਨੂੰ ਕਰ ਦਈਏ ਮੁਕੰਮਲ। ਬਾਕੀ ਕਿਵੇਂ ਦਾ ਮਾਹੌਲ ਹੈ, ਕਿਉਂਕਿ ਇਹਦੇ ਲਈ ਵੀ ਬਹੁਤ ਸਟਰਗਲ ਕਰਨਾ ਪੈਂਦਾ, ਕੋਸ਼ਿਸ਼ਾਂ ਜਾਰੀ ਨੇ। ਉਮੀਦ ਹੈ ਕਿ ਬਹੁਤ ਜਲਦ ਅੱਛੇ ਪਾਠਕਾਂ ਦੀ ਝੋਲੀ ਦੇ ਵਿੱਚ ਇੱਕ ਐਂਕਰਿੰਗ ਦੀ ਬਹੁਤ ਅੱਛੀ ਕਿਤਾਬ ਆਪਾਂ ਪਾ ਦਈਏ। ਮੈਂ ਜਿਹੜੇ ਵੇਖਣ ਵਾਲੇ ਸਾਰੇ ਦਰਸ਼ਕ ਹੈ, ਬੁੱਧੀਜੀਵੀ ਹੈ, ਪੜ੍ਹਨ ਵਾਲੇ ਹੈ, ਉਹਨਾਂ ਨੂੰ ਇਹ ਸੁਝਾਅ ਜ਼ਰੂਰ ਦੇਵਾਂਗਾ, ਬੇਨਤੀ ਕਰਾਂਗਾ, ਰਿਕੁਐਸਟ ਕਰਾਂਗਾ ਕਿ ਇੱਕ ਵਾਰ ਇਸ ਕਿਤਾਬ ਨੂੰ ਜ਼ਰੂਰ ਪੜ੍ਹਿਓ। ਅਗਰ ਜਿੰਨਾ ਜਲਦੀ ਇਹ ਹੋ ਸਕੇ ਮੈਂ ਤੁਹਾਡੀ ਝੋਲੀ 'ਚ ਪਾਵਾਂਗਾ, ਇੱਕ ਵਾਰ ਜ਼ਰੂਰ ਪੜ੍ਹਿਓ। ਬੜੀ ਮਿਹਰਬਾਨੀ। ਮੱਖਣ ਭਾਜੀ, ਤੁਹਾਡੇ ਕੋਲੋਂ ਇੱਕ ਪ੍ਰੋਮਿਸ ਲੈਣਾ ਚਾਹੁੰਦੇ ਹਾਂ ਵੀ ਜਦੋਂ ਇਹ ਕਿਤਾਬ ਛਪ ਕੇ ਆ ਗਈ ਜੀ ਤੇ ਦੂਜੀ ਇੰਟਰਵਿਊ ਤੁਹਾਡੀ ਬਤੌਰ ਲੇਖਕ ਹੋਏਗੀ ਇੱਥੇ। ਜੀ ਠੀਕ ਹੈ ਜੀ। ਅੱਛਾ, ਹੁਣ ਸਭ ਤੋਂ ਇੰਪੋਰਟੈਂਟ ਸਵਾਲ ਹੈ ਜੀ, ਇਸ ਕਿਤਾਬ ਨਾਲ ਜੁੜਿਆ ਹੋਇਆ, ਕਿੰਨੀ ਕਾਸਟ ਰੱਖੀ ਹੈ ਤੁਸੀਂ ਕਿਤਾਬ ਸੋਚੀ ਹੈ? ਕਾਸਟ ਹਾਲੇ ਨਹੀਂ ਸੋਚੀ। ਅੱਛਾ। ਕਿੰਨਾ ਖਰਚਾ ਆਉਂਦਾ? ਵੈਸੇ ਮੈਂ ਨਹੀਂ ਚਾਹੁੰਦਾ ਕਿ ਇਹ ਕੋਈ ਕਮਾਈ ਦਾ ਸਾਧਨ ਬਣੇ। ਇੱਕ ਚੀਜ਼ ਹੋਣੀ ਇਹਦੇ ਵਿੱਚ। ਹਾਂਜੀ। ਕੁਝ ਮੇਰੇ ਮਿੱਤਰ ਨੇ, ਅੱਛਾ ਜੀ, ਅਗਰ ਉਹ ਸੱਚੀ ਮੁੱਚੀ ਸਪੋਰਟ ਕਰ ਗਏ ਜਿਵੇਂ ਉਹ ਕਹਿ ਰਹੇ ਨੇ, ਹਾਂਜੀ, ਫਿਰ ਹੋ ਸਕਦਾ ਕਿ ਫ੍ਰੀ ਆਫ ਕਾਸਟ ਹੋਵੇ। ਵਾਹ। ਫਿਰ ਕੁਝ ਵੀ ਨਹੀਂ। ਤੇ ਹਾਂ, ਅਗਰ ਇਸ ਤਰ੍ਹਾਂ ਨਹੀਂ ਹੋ ਸਕਿਆ ਤਾਂ ਫਿਰ ਜਿੰਨਾ ਕੁ ਖਰਚਾ ਹੋਊਗਾ ਲਾਗਤ, ਉਹਨਾਂ, ਚਾਹੇ ਉਹ 50 ਰੁਪਏ, ਚਾਹੇ 100 ਰੁਪਏ, ਚਾਹੇ 200 ਰੁਪਏ, ਉਹ ਫਿਰ ਖਰਚਾ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦੇ ਸੁਝਾਅ ਨਾਲ ਜੀ 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 ਉਹ ਪ੍ਰਾਈਸ ਉਹਦੀ ਰੱਖੀ ਜਾਊਗੀ। ਬਿਲਕੁਲ ਜੀ। ਬਾਕੀ ਸਾਰੇ ਐਂਕਰਸ ਦੇ ਨਾਲ ਨਾਲ ਮੈਂ ਵੀ ਬਹੁਤ ਜ਼ਿਆਦਾ ਐਕਸਾਈਟਡ ਹੈਗਾ। ਉਹ ਕਿਤਾਬ ਜਲਦੀ ਮੇਰੇ ਹੱਥਾਂ ਵਿੱਚ ਆਵੇ ਤੇ ਮੈਂ ਉਹਨੂੰ ਦਿਨ ਰਾਤ ਪੜ੍ਹਾਂ ਤੇ ਪੜ੍ਹਦਾ ਹੀ ਰਹਾਂ। ਸੋ ਮੱਖਣ ਸ਼ੇਰਪੁਰੀ ਜੀ ਅੱਜ ਸਾਡੇ ਸਟੂਡੀਓ ਵਿੱਚ ਆਏ ਨਿੱਘੀ ਮੁਲਾਕਾਤ ਦੇ ਵਿੱਚ, ਔਰ ਬਹੁਤ ਵਧੀਆ ਲੱਗਾ। ਦਿਲ ਦੀਆਂ ਗੱਲਾਂ ਹਜੇ ਦਿਲ ਦੇ ਵਿੱਚ ਨੇ, ਹਜੇ ਹੋਰ ਬਹੁਤ ਸਾਰੀਆਂ ਗੱਲਾਂ ਆਪਾਂ ਕਰਨੀਆਂ। ਅਗਲੀ ਮੁਲਾਕਾਤ ਦੇ ਵਿੱਚ ਜਲਦੀ ਗੱਲਾਂ ਹੋਣਗੀਆਂ ਸਾਰੀਆਂ। ਸਰ, ਜਾਂਦੇ ਹੋਏ ਮੱਖਣ ਭਾਜੀ ਤੁਹਾਡੇ ਵੱਲੋਂ ਆਪਣੇ ਐਂਕਰ ਵੀਰਾਂ ਨੂੰ, ਔਰ ਬਹੁਤ ਸਾਰੀਆਂ ਫੀਮੇਲਸ ਵੀ ਨੇ, ਹੈ ਨਾ, ਸੋ ਉਹਨਾਂ ਨੂੰ ਕੋਈ ਸੁਨੇਹਾ ਆਪਣੇ ਵੱਲੋਂ ਦੇਣਾ ਚਾਹੋ? ਕੋਈ ਵੀ ਕਾਰਜ ਕਰਨਾ ਹੋਵੇ, ਕੋਈ ਵੀ ਕੰਮ ਕਰਨਾ ਹੋਵੇ ਜ਼ਿੰਦਗੀ ਵਿੱਚ 4 Ds 'ਤੇ ਆਧਾਰਿਤ ਹੈ। ਫਸਟ ਤੁਹਾਡਾ ਹੈ ਡਿਸੀਜ਼ਨ, ਫੈਸਲਾ ਕਰੋ ਕੀ ਕਰਨਾ। ਦੂਸਰਾ ਹੈ ਤੁਹਾਨੂੰ ਡਿਸਿਪਲਿਨ 'ਚ ਰਹਿਣਾ ਬਹੁਤ ਜ਼ਰੂਰੀ ਹੈ, ਅਨੁਸ਼ਾਸਨ ਦਾ ਹੋਣਾ ਬਹੁਤ ਜ਼ਰੂਰੀ ਹੈ। ਥਰਡ ਹੁੰਦਾ ਉਹਦੇ ਵਿੱਚ ਜਿਹੜਾ ਤੁਸੀਂ ਡੈਡੀਕੇਸ਼ਨ, ਸਮਰਪਣ ਦੀ ਭਾਵਨਾ। ਔਰ ਚੌਥਾ ਹੁੰਦਾ ਡੈਕੋਰਮ, ਉਹਦੀ ਖੂਬਸੂਰਤੀ। ਔਰ ਜਿਹੜਾ ਚੌਥਾ ਡੈਕੋਰਮ ਵੀ ਬਹੁਤ ਜ਼ਰੂਰੀ। ਜਿੰਨੀ ਦੇਰ ਤੱਕ ਤੁਹਾਡਾ ਕੰਮ ਪ੍ਰਤੀ ਤੁਹਾਡੀ ਲਗਨ ਵੀ ਹੋ ਗਈ, ਤੁਸੀਂ ਫੈਸਲਾ ਵੀ ਕਰ ਲਿਆ, ਵਧੀਆ, ਲੇਕਿਨ ਕਿੰਨਾ ਖੂਬਸੂਰਤ ਉਹਨੂੰ ਕਰ ਰਿਹਾ, ਲੋਕਾਂ ਨੇ ਉਹਨੂੰ ਯਾਦ ਰੱਖਣਾ ਹਮੇਸ਼ਾ। ਇਸ ਲਈ ਡੈਕੋਰਮ ਬਹੁਤ ਜ਼ਰੂਰੀ ਹੈ, ਖੂਬਸੂਰਤੀ ਬਹੁਤ ਜ਼ਰੂਰੀ ਹੈ। ਤੋ ਅਗਰ ਇਹ ਚੀਜ਼ਾਂ ਬਣ ਜਾਣ ਤਾਂ ਕੋਈ ਵੀ ਕੰਮ ਹੋਵੇ, ਜ਼ਰੂਰੀ ਨਹੀਂ ਕਿ ਐਂਕਰ, ਕੋਈ ਵੀ ਕਲਾ ਵਾਲੀ ਲਾਈਨ ਹੋਵੇ ਜਾਂ ਕੋਈ ਵੀ ਹੋਰ ਕਾਰਜ ਹੋਵੇ, ਤੁਸੀਂ ਪੂਰੀ ਤਰ੍ਹਾਂ ਕਾਮਯਾਬ ਹੋ ਸਕਦੇ ਹੋ। ਵਾਹ ਜੀ ਵਾਹ ਮੱਖਣ ਭਾਜੀ, ਤੁਸੀਂ ਤਾਂ 4D ਦੇ ਵਿੱਚ ਸਭ ਕੁਝ ਸਮੇਟਤਾ। ਔਰ ਮੇਰੇ ਹਿਸਾਬ ਨਾਲ ਵੀ ਇੱਕ 5ਵੀਂ D ਵੀ ਹੈ, ਉਹ ਤੁਹਾਡੇ ਲਈ ਹੈ, ਕਿਉਂਕਿ ਉਹ D ਫॉर ਡੇਟ ਹੈ। ਅਗਲੀ ਡੇਟ ਤੁਸੀਂ ਸਾਨੂੰ ਦੇਣੀ ਤੇ ਅਗਲੀ ਇੰਟਰਵਿਊ ਤੁਹਾਡੇ ਨਾਲ ਕਰਨੀ ਹੈ ਆਪਾਂ। ਸੋ ਬਹੁਤ ਦਿਲੋਂ ਧੰਨਵਾਦ ਤੁਹਾਡਾ। ਔਰ ਮੇਰੇ ਕੋਲ ਸ਼ਬਦ ਨਹੀਂ ਹੈਗੇ, ਅਲਫਾਜ਼ ਘੱਟ ਪੈ ਰਹੇ ਅੱਜ। ਸੋ ਬਹੁਤ ਵਧੀਆ ਆਇਆ, ਬਹੁਤ ਵਧੀਆ ਲੱਗਾ, ਬਹੁਤ ਆਨੰਦ ਆਇਆ ਤੁਹਾਡੇ ਨਾਲ ਗੱਲਾਂ ਕਰਕੇ। ਸੋ ਥੈਂਕ ਯੂ ਵੈਰੀ ਮੱਚ ਜੀ। ਜਗਤ ਪੰਜਾਬੀ TV ਤੁਹਾਡਾ ਧੰਨਵਾਦ ਕਰਦਾ। ਮੈਂ ਵੀ ਬਹੁਤ ਵਿਕਾਸ ਜੀ ਤੁਹਾਡਾ ਵੀ ਧੰਨਵਾਦ ਕਰਦਾ, ਅਤੇ ਜਗਤ ਪੰਜਾਬੀ TV ਵਾਲਿਆਂ ਦਾ ਵੀ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੈਨੂੰ, ਮੇਰੇ ਬਹੁਤ ਹੀ ਸੂਝਵਾਨ ਸਰੋਤੇ ਜਿਹੜੇ ਆ ਜਾਂ ਦਰਸ਼ਕ ਜਿਹੜੇ ਸਾਨੂੰ ਦੇਖਦੇ, ਉਹਨਾਂ ਦੇ ਰੂਬਰੂ ਕੀਤਾ। ਉਹਨਾਂ ਦਾ ਵੀ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਜਗਤ ਪੰਜਾਬੀ TV ਵਾਲਿਆਂ ਦਾ ਕੋਟਨ ਕੋਟ ਧੰਨਵਾਦ।
ਤੁਸੀਂ ਦੇਖਦੇ ਰਹੋ ਜੀ ਜਗਤ ਪੰਜਾਬੀ ਟੀਵੀ ਔਰ ਨਿੱਘੀ ਮੁਲਾਕਾਤ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਅਗਲੀ ਸ਼ਖਸੀਅਤ ਦੇ ਨਾਲ ਜਲਦੀ ਮੁਲਾਕਾਤ ਹੋਏਗੀ ਤੁਹਾਡੀ। ਧੰਨਵਾਦ।